ਤਾਂ ਕੀ ਪੰਜਾਬ ਦੇ ਵਿੱਚੋਂ ਵਿਰੋਧੀ ਧਿਰ ਦੀ ਭੂਮਿਕਾ ਖਤਮ ਹੋ ਗਈ? ਡੈਫੀਨੇਟਲੀ ਬਹੁਤ ਜਿਹੜੇ ਸੁਖਪਾਲ ਸਿੰਘ ਖਹਿਰਾ ਵਰਗੇ ਜਿਹੜੇ ਬਹੁਤ ਵੌਇਸਿਫੋਰਸ ਲੀਡਰ ਸੀ, ਉਹਨਾਂ ਵਾਸਤੇ ਬਹੁਤ ਵੱਡੀ ਇੱਕ ਧਰਮ ਸੰਕਟ ਖੜਾ ਹੋ ਗਿਆ। ਤਾਂ ਹੁਣ ਜਦੋਂ ਇਹ ਅਲਾਇੰਸ ਹੋ ਜਾਊਗਾ ਤਾਂ ਕੀ ਸੇਮ ਉਹੀ ਲਾਈਨ ਰਹੂਗੀ ਇਹਨਾਂ ਦੀ, ਔਰ ਉਸੇ ਤਰੀਕੇ ਦੇ ਨਾਲ ਇਹ ਸਰਕਾਰ ਦੀਆਂ ਨਾਕਾਮੀਆਂ ਜੋ ਵੀ ਨੇ, ਜੋ ਵੀ ਇਸ਼ੂਜ਼ ਨੇ, ਉਹ ਉਸੇ ਤਰੀਕੇ ਨਾਲ ਚੁੱਕਦੇ ਹੋਏ ਨਜ਼ਰ ਆਉਣਗੇ ਕਿ ਵੀ ਹੁਣ ਉਹ ਕੀ ਪਾਰਟੀ ਲਾਈਨ ਟੋ ਕਰਨ ਕਿ ਸੱਚ ਦੇ ਨਾਲ ਖੜੇ ਹੋਣ, ਉਹਨਾਂ ਲੋਕਾਂ ਵਾਸਤੇ ਬਹੁਤ ਡਿਫਿਕਲਟੀ ਆ। ਤੇ ਉਹ ਕੀ ਕਰਦੇ ਆ ਜਾਂ ਕੀ ਸਟੈਂਸ ਲੈਂਦੇ ਆ, ਇਹ ਬਹੁਤ ਵੇਖਣ ਵਾਲੀ ਗੱਲ ਹੋਊ। ਜਿਹਦੇ ਉੱਤੇ ਇਲਜ਼ਾਮਬਾਜ਼ੀਆਂ ਹੋਈਆਂ, ਅਰੈਸਟ ਤੱਕ ਕਰਵਾ ਦਿੱਤੇ ਗਏ ਲੀਡਰ, ਵਿਜੀਲੈਂਸ ਦੀ ਰੇਡਸ ਹੋਈਆਂ, ਹਾਲਾਂਕਿ ਭੰਡ ਕੇ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਆਈ ਹੈ। ਕੀ ਲੱਗਦਾ ਇੱਕ ਪਲੇਟਫਾਰਮ ਦੇ ਉੱਤੇ ਲੋਕ ਐਕਸੈਪਟ ਕਰ ਪਾਉਣਗੇ ਇਹਨਾਂ ਨੂੰ? ਦੋਨਾਂ ਚੋਂ ਲੈਸਰ ਆਫ ਦਾ ਈਵਲਸ ਚੁਣਨਾ ਹੁੰਦਾ ਨਾ, ਜਿਵੇਂ ਕਿ ਵੀ ਕਿਹੜਾ ਘੱਟ ਮਾੜਾ ਹੈ ਨਾ, ਆਪਾਂ ਚੁਣਨਾ। ਸੋ ਇਹ ਸਿਚੁਏਸ਼ਨ ਦੇ ਵਿੱਚ ਆਮ ਪਰਸੈਪਸ਼ਨ ਅੱਜ ਦੀ ਦੌਰ ਦੇ ਵਿੱਚ ਇਹ ਹੈਗੀ ਹੈ, ਸਮੇਂ ਦੇ ਵਿੱਚ ਹੈ ਕਿ ਵੀ ਜੇ ਇਹ ਲੋਕ ਇਕੱਠੇ ਹੋ ਜਾਣ ਤਾਂ ਇਹਨਾਂ ਦੇ ਚਾਂਸਸ ਬਹੁਤ ਜ਼ਿਆਦਾ। ਪੁਆਇੰਟ ਆਊਟ ਕਰੀ ਅੱਜ ਦੇ ਡੇਟ ਤੋਂ ਇੱਕ ਖਹਿਰਾ ਸਾਹਿਬ ਹੀ ਆ ਜਿਹੜੇ ਵੌਇਸ ਬੋਲਦੇ ਰਹੇ ਆ। ਪਰ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਆਵਾਜ਼ ਚੁੱਕੀ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ 13 ਦੀ 13 ਸੀਟਾਂ ਦੇ ਉੱਤੇ ਚੋਣ ਲੜਾਂਗੇ ਔਰ ਜਿੱਤ ਕੇ ਝੋਲੀ ਵੀ ਪਾਵਾਂਗੇ ਅਸੀਂ। ਨਹੀਂ, ਉਹ ਤਾਂ ਵੇਖੋ, ਉਹ ਤਾਂ ਸਟ੍ਰੈਟੇਜਿਕ ਜਾਂ ਸਟੈਟਿਕਲ ਜੀਆਂ ਸਟੇਟਮੈਂਟਸ ਹੈਗੀਆਂ ਕਿ ਵੀ ਆਪਾਂ ਉਹਨਾਂ ਨਾਲ ਕਿਵੇਂ ਨੈਗੋਸ਼ੀਏਟ ਕਰਨਾ ਹੈ, ਕਿੰਨਾ ਦਵਾਉਣਾ ਹੈ। ਤਾਂ ਉਹਨਾਂ ਨੇ ਦਿੱਲੀ 'ਚ ਵੀ ਬੜਾ ਕੁਝ ਬੋਲੇ ਹੈਗੇ ਆ। ਉਹ ਤਾਂ ਇੱਕ ਟੈਕਟੀਕਲ ਆ ਗਿਆ ਸੀ ਕਿ ਆਪਾਂ ਨੈਗੋਸ਼ੀਏਸ਼ਨ ਦੇ ਵਿੱਚ ਆਪਾਂ ਨੂੰ ਐਡਵਾਂਟੇਜ ਰਵੇ। ਬਟ ਇਹਨਾਂ 'ਚੋਂ ਸਿਰਫ ਇੱਕ ਖਹਿਰਾ ਸਾਹਿਬ ਸੀ ਜਿਹੜੇ ਬੋਲਦੇ ਸੀ। ਹੁਣ ਉਹਨਾਂ ਦਾ ਆਪਾਂ ਨੂੰ ਰਵੱਈਆ ਵੇਖੋ ਆਉਣ ਵਾਲੇ ਸਮੇਂ 'ਚ ਕੀ ਆ, ਕਿ ਉਹ ਕਾਂਗਰਸ ਨਾਲ ਪਾਰਟੀ ਲਾਈਨ ਟੋ ਕਰਦੇ ਆ, ਕਿ ਉਹ ਅਲੱਗ ਹੁੰਦੇ ਆ ਇਸ ਗੱਲ ਤੋਂ, ਕਿ ਉਹ ਰੈਬਲ ਕਰਦੇ ਆ, ਕੀ ਸਿਚੁਏਸ਼ਨ ਹੁੰਦੀ ਆ, ਉਹ ਆਪਾਂ ਨੂੰ ਪਤਾ ਲੱਗੂ। ਇੰਡੀਆ ਅਲਾਇੰਸ ਲੋਕਾਂ ਨੂੰ ਇਹ ਗੱਲਾਂ ਜਚਾ ਪਾਊਗਾ ਕਿਉਂਕਿ ਇਸ਼ੂਜ਼ ਇਨਫਲੇਸ਼ਨ ਦਾ ਹੈ, ਮਹਿੰਗਾਈ ਦਾ ਹੈ, ਮਨੀਪੁਰ ਦੀ ਘਟਨਾ ਦਾ ਜ਼ਿਕਰ ਕਰ ਰਹੇ ਨੇ, ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਨੇ। ਤਾਂ ਇਹ ਚੀਜ਼ਾਂ ਕੀ ਲੱਗਦਾ ਕਿ ਇਹ ਸਾਰੇ ਇਕੱਠੇ ਹੋ ਕੇ ਇਹ ਚੀਜ਼ਾਂ ਲੋਕਾਂ ਤੱਕ ਇਹ ਜਚਾ ਪਾਉਣਗੇ ਔਰ ਬੀਜੇਪੀ ਦੀ ਸਰਕਾਰ ਨੂੰ ਹਿਲਾਉਣ ਦੇ ਵਿੱਚ ਇਹ ਕਾਮਯਾਬ ਹੋਣਗੇ? ਇਹਨਾਂ ਕੋਲ ਇਸ਼ੂਜ਼ ਉਹ ਹੈਲਦੀ ਇਸ਼ੂਜ਼ ਹੈ, ਉਹ ਵੱਡੇ ਇਸ਼ੂਜ਼ ਹੈ ਇਹਨਾਂ ਕੋਲ। ਉਹ ਇਹ ਇਸ਼ੂਜ਼ ਨੂੰ ਤਾਂ ਜਗਾ ਦੂਗੀ, ਇਸ ਮੈਨੂੰ ਨਹੀਂ ਲੱਗਦਾ ਕਿ ਉਹ ਨਾ ਖੜੇ ਕਰ ਪਾਉਣਗੇ। ਪਰ ਉਹ ਟਰਸਟਵਰਦੀਨੈਸ ਜਾਂ ਕ੍ਰੈਡੀਬਿਲਿਟੀ ਕ੍ਰੀਏਟ ਕਰ ਸਕੂ ਵੀ ਅਸੀਂ ਇਕੱਠੇ ਰਹਿ ਕੇ ਇਹਨਾਂ ਨੂੰ ਇਸ਼ੂਜ਼ ਨੂੰ ਸੋਲਵ ਕਰ ਲਾਂਗੇ ਕਿ ਨਹੀਂ। ਤਾਂ ਪੀਐਮ ਦੇ ਚਿਹਰੇ ਦੇ ਉੱਤੇ ਚਰਚਾ ਫਿਰ ਬਹੁਤ ਜ਼ਿਆਦਾ ਹੋਣੀ ਹੈ ਕਿ ਚਿਹਰਾ ਕੌਣ ਹੋਊਗਾ, ਕਿਸ ਦੇ ਚਿਹਰੇ ਦੇ ਉੱਤੇ ਚੋਣ ਲੜਨੀ ਹੈ, ਕੌਣ ਪੀਐਮ ਫੇਸ ਹੋਊਗਾ। ਚਿਹਰਾ ਬਹੁਤ ਵੱਡਾ ਕੁਐਸਚਨ ਆ, ਬਟ ਮੈਨੂੰ ਲੱਗਦਾ ਕਿ ਇਹ ਚਿਹਰੇ ਵਾਲੇ ਪਾਸੇ ਹਲੇ ਨਹੀਂ ਜਾਣਗੇ। ਬਿਕੋਜ਼ ਚਿਹਰਾ ਤਾਂ ਵਿਦਆਊਟ ਫੇਸ ਹੀ ਇਲੈਕਸ਼ਨ ਲੜ ਸਕਦੇ ਆ। ਤੇ ਵੈਸੇ ਇਹ ਚਿਹਰੇ ਵਾਲੀ ਜਿਹੜੀ ਪੋਲਿਟਿਕਸ ਹੈਗੀ ਆ ਨਾ, ਇਹਦੇ ਤੇ ਆਪਾਂ ਵੀ ਬਹੁਤ ਫੀਲ ਕਰ ਲਾਂਗੇ ਵੀ ਚਿਹਰਾ ਹੋਣਾ ਚਾਹੀਦਾ। ਚਿਹਰਾ ਬੇਸਿਕਲੀ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨਸ 'ਚ ਹੀ ਹੁੰਦਾ। ਜਿਹੜੀ ਆਪਣੀ ਜਿਹੜਾ ਭਾਰਤ ਦਾ ਸੰਵਿਧਾਨ ਆ ਜਾਂ ਜਿਹੜਾ ਸਿਸਟਮ ਆ, ਇਹ ਵੈਸਟਮਿੰਸਟਰ ਟਾਈਪ ਹੈਗਾ। ਇਹਦੇ ਵਿੱਚ ਜ਼ਰੂਰੀ ਨਹੀਂ ਚਿਹਰਾ ਹੋਵੇ। ਜੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਡਾਊਟ ਹੋਊਗਾ ਕਿ ਸਾਡਾ ਪੀਐਮ ਕੌਣ ਹੋਊਗਾ, ਤਾਂ ਲੱਗਦਾ ਫਿਰ ਲੋਕ ਇਨਕਲਾਈਨਡ ਹੋਣਗੇ ਉਸ ਅਲਾਇੰਸ ਦੇ ਟੂਵਰਡਸ। ਇਹ ਦੇਖੋ, ਪੀਐਮ ਦੇ ਚਿਹਰੇ ਤੋਂ ਬਗੈਰ ਵੀ ਇਲੈਕਸ਼ਨਸ ਲੜੀਆਂ ਗਈਆਂ ਤੇ ਉਦੋਂ ਬਹੁਤ ਐਸੇ ਪੀਐਮ ਬਣੇ ਆ ਜਿਹੜੇ ਬਿਲਕੁਲ ਚਿਹਰੇ ਦੇ ਤੌਰ ਤੇ ਬਿਲਕੁਲ ਹੀ ਕੁਝ ਨਹੀਂ ਸੀ, ਕਿ ਉਹਨਾਂ ਨੇ ਬੜੇ ਵੱਡੇ ਕੰਮ ਕੀਤੇ। ਨਰਸਿਮਹਾ ਰਾਓ ਇੱਕ ਐਗਜ਼ਾਮਪਲ ਆ। ਕਾਂਗਰਸ ਦੇ ਬਹੁਤ ਸਾਰੇ ਲੀਡਰ ਹਾਲਾਂਕਿ ਬੀਜੇਪੀ 'ਚ ਜਾ ਚੁੱਕੇ ਨੇ, ਤਾਂ ਲੱਗਦਾ ਕਿ ਉਹ ਗਰਾਊਂਡ ਉਨੀ ਦੇਰ ਤੱਕ ਉਹ ਤਿਆਰ ਕਰ ਪਾਉਣਗੇ? ਜੇ ਆਪਾਂ ਇਕੱਲੇ ਦਾ ਐਨਾਲਿਸਿਸ ਕਰਾਂਗੇ ਤਾਂ ਇਹ ਸਾਰੇ ਹੀ ਡਿਸਕ੍ਰੈਡਿਟਡ ਲੀਡਰਸ਼ਿਪ ਆ। ਚਾਹੇ ਆਮ ਆਦਮੀ ਪਾਰਟੀ ਦੀ ਅੱਜ ਦੀ ਡੇਟ 'ਚ ਉਹਨਾਂ ਦੀ ਹੇਠਾਂ ਗਰਾਊਂਡ ਤੇ ਬਹੁਤ ਸਿਚੁਏਸ਼ਨ ਠੀਕ ਨਹੀਂ, ਕਾਂਗਰਸ ਦੀ ਵੀ ਠੀਕ ਨਹੀਂ, ਆਪਣਾ ਬੀਜੇਪੀ ਦਾ ਬਿਲਕੁਲ ਹੀ ਠੀਕ ਨਹੀਂ, ਤੇ ਅਕਾਲੀਆਂ ਕੋਲੇ ਵੀ ਕੁਝ ਨਹੀਂ ਗਾ। ਸੋ ਇਹ ਕੀ ਲੱਗਦਾ ਕਿ ਫਿਰ ਬਸਪਾ ਦੇ ਨਾਲ ਫਿਰ ਗੱਠਜੋੜ ਜਿਹੜਾ ਹੈ ਉਹ ਅਕਾਲੀ ਦਲ ਨੂੰ ਤੋੜਨਾ ਪਊ? ਮੇਰਾ ਖਿਆਲ ਅਕਾਲੀ ਪੋਲਿਟਿਕਸ ਤਾਂ ਜਿਹੜੀ ਹੈ ਇਸ ਟਾਈਮ ਕਨਫਿਊਜ਼ਡ ਵੀ ਹੈਗੀ। ਉਹਨਾਂ ਦੇ ਕਾਡਰ ਵੀ ਕਨਫਿਊਜ਼ਡ, ਕਾਡਰ ਤਾਂ ਰਿਹਾ ਹੀ ਨਹੀਂ ਆਲਮੋਸਟ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ 28 ਪਾਰਟੀਆਂ ਨੇ ਅਲਾਇੰਸ ਕੀਤਾ ਹੈ ਔਰ ਉਸ ਅਲਾਇੰਸ ਦਾ ਨਾਮ ਦਿੱਤਾ ਹੈ ਇੰਡੀਆ। ਔਰ ਅੱਜ ਮੁੰਬਈ ਵਿਖੇ ਇਹਨਾਂ ਦੀ ਤੀਜੀ ਬੈਠਕ ਹੋਈ ਹੈ, ਜਿਸ ਦੇ ਵਿੱਚ ਉਪਚਾਰਕ ਤੌਰ ਦੇ ਉੱਤੇ ਇਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਅਸੀਂ ਇੱਕੋ ਮੰਚ ਦੇ ਉੱਤੇ ਇਕੱਠੇ ਕਲੈਕਟਿਵ ਲੜਾਂਗੇ ਔਰ ਸਾਂਝੀਆਂ ਰੈਲੀਆਂ ਵੀ ਕਰਾਂਗੇ। ਪੰਜਾਬ ਦੇ ਉੱਤੇ ਇਸ ਦਾ ਅਸਰ ਕਿਹੋ ਜਿਹਾ ਰਹੂਗਾ, ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਪੋਜੀਸ਼ਨ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਹੈ, ਤੇ ਦੋਵੇਂ ਪਾਰਟੀਆਂ ਨੇ ਆਪਸ ਦੇ ਵਿੱਚ ਅਲਾਇੰਸ ਵੀ ਕੀਤਾ ਹੈ ਔਰ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਸਾਨੂੰ ਇਕੱਠਿਆਂ ਹੋਣਾ ਪਊਗਾ, ਭਾਜਪਾ ਨੂੰ ਹਰਾਉਣਾ ਪਊਗਾ। ਔਰ ਨਾਲ ਹੀ ਉਹਨਾਂ ਨੇ ਨਾਰਾ ਦਿੱਤਾ ਹੈ, ਜੁੜੇਗਾ ਭਾਰਤ, ਜੀਤੇਗਾ ਭਾਰਤ।
ਇਸ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅਜੇਪਾਲ ਸਿੰਘ ਬਰਾੜ ਹੋਣੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਔਰ ਸਮਾਂ ਦੇਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਵੇਖਦੇ ਹੋ ਅੱਜ, ਕਿਉਂਕਿ ਪਹਿਲਾਂ ਬਹੁਤ ਸਾਰੀਆਂ ਚਰਚਾਵਾਂ ਸੀ ਕਿ ਇਹ ਸਿਰੇ ਚੜ੍ਹਦਾ ਵੀ ਹੈ ਕਿ ਨਹੀਂ ਚੜ੍ਹਦਾ, ਔਰ ਅੱਜ ਔਪਚਾਰਿਕ ਤੌਰ ਦੇ ਉੱਤੇ ਅਨਾਉਂਸਮੈਂਟ ਹੋ ਚੁੱਕੀ ਹੈ। ਦੇਖੋ, ਜਿਸ ਤਰੀਕੇ ਦੇ ਫੀਅਰ ਸੀਗੇ ਜਾਂ ਜਿਸ ਤਰੀਕੇ ਨਾਲ ਆਪੋਜੀਸ਼ਨ ਦੇ ਉੱਤੇ ਪ੍ਰੈਸ਼ਰ ਬਣ ਰਹੇ ਸੀ, ਆਪੋਜੀਸ਼ਨ ਹੀ ਸਾਰਿਆਂ ਦੇ ਉੱਤੇ ਪ੍ਰੈਸ਼ਰ ਬਣ ਰਹੇ ਸੀ, ਤਾਂ ਉਹਨਾਂ ਦੇ ਨਿੱਜੀ ਮਫਾਦ ਵੀ ਇਹਦੇ ਸਿਚੁਏਸ਼ਨ 'ਚ ਜੁੜਨ ਦੇ ਹੀ ਸੀਗੇ, ਹੈ ਨਾ। ਮਤਲਬ ਕਿ ਜਿਵੇਂ ਉਹਨਾਂ ਦੇ ਕੇਸਿਸ, ਰੇਡਸ ਜਾਂ ਉਹਨਾਂ ਨੂੰ ਪਤਾ ਹੈ ਕਿ ਵੀ ਜੇ ਦੁਬਾਰਾ ਇਹੀ ਸਿਨੈਰੀਓ ਰਿਪੀਟ ਹੋ ਜਾਂਦਾ ਤਾਂ ਸਾਡੇ ਵਾਸਤੇ ਨਿੱਜੀ ਤੌਰ ਤੇ ਵੀ ਇਹ ਪ੍ਰੋਬਲਮ ਹੈ। ਸੋ ਇੱਕ ਤਾਂ ਉਹ ਬਹੁਤ ਵੱਡਾ ਜਿਹੜਾ ਪਰਸਨਲ ਵੀ ਕਾਰਨ ਸੀ ਉਹਨਾਂ ਦੇ ਇਕੱਠੇ ਹੋਣ ਦੇ, ਹੈ ਨਾ। ਹਾਲਾਂਕਿ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਗਰਾਊਂਡ ਟੈਸਟ ਹੀ ਸੀ ਇਹਨਾਂ ਦਾ। ਹਾਂਜੀ, ਤੇ ਦੂਸਰਾ ਗੱਲ ਹੈ ਕਿ ਬੁਨਿਆਦੀ ਤੌਰ ਤੇ ਇਹਨਾਂ ਨੂੰ ਇਹ ਓਪਰਚੁਨਿਟੀ ਵੀ ਇੱਕ ਨਜ਼ਰ ਆਉਂਦੀ ਹੈ ਜਾਂ ਇੱਕ ਇਸ ਸੰਭਾਵਨਾ ਵੀ ਉਹਨਾਂ ਦੀ ਬਣਦੀ ਹੈ ਕਿ ਵੀ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਆਪਦੇ 2019 ਵਾਲੀ ਸਿਚੁਏਸ਼ਨ 'ਚ ਹੈ ਨਹੀਂ ਗੀ। ਉਸ ਟਾਈਮ ਜੋ ਉਹਦੀ ਪੋਪੂਲੈਰਿਟੀ ਸੀਗੀ ਜਾਂ ਜਿਸ ਤਰੀਕੇ ਦੇ ਉਹ ਗਿਮਿਕਸ ਕਰ ਸਕਦੇ ਸੀ, ਜੋਗਰਾਫ ਵੀ ਸੀ, ਹਾਂ, ਉਹ ਸਿਚੁਏਸ਼ਨ 'ਚ ਉਹ ਹੈ ਨਹੀਂ ਸੀ। ਸੋ ਇਹੀ ਸਿਚੁਏਸ਼ਨ ਹੈ। ਤੀਸਰੀ ਗੱਲ ਹੈ, ਮੇਰਾ ਖਿਆਲ ਕਿਤੇ ਨਾ ਕਿਤੇ ਰਾਹੁਲ ਗਾਂਧੀ ਵੀ ਬਹੁਤ ਮੈਚਿਓਰ ਹੋ ਗਏ ਆ। ਉਹਨਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਇਕੱਠੇ ਕਰਨ 'ਚ ਆਪਦਾ ਇੰਟਰਸਟ ਘੱਟ ਅੱਗੇ ਰੱਖਿਆ ਤੇ ਉਹਨੂੰ ਪਿੱਛੇ ਲਿਜਾ ਕੇ ਗੱਲ ਕਰ ਰਹੇ, ਹਟ ਕੇ ਗੱਲ ਕਰ ਰਹੇ, ਉਹ ਵੀ ਬਹੁਤ ਵੱਡਾ ਫੈਕਟਰ। ਔਰ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੀ ਸਾਈਕੀ ਦੀ ਜੇ ਆਪਾਂ ਗੱਲ ਕਰਦੇ ਹਾਂ ਔਰ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਾਂ, ਉਹ ਸਭ ਤੋਂ ਵੱਖਰੀ ਹੁੰਦੀ ਹੈ ਔਰ ਵੱਖਰਾ ਹੀ ਪੰਜਾਬ ਨੇ ਨਤੀਜੇ ਹਰ ਵਾਰ ਦਿੱਤੇ ਨੇ। ਜਦੋਂ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਸੀਗਾ, ਉਦੋਂ 4 ਸੀਟਾਂ ਇੱਥੋਂ ਪੰਜਾਬ ਦੇ ਵਿੱਚ ਸ਼ੁਰੂਆਤ ਆਪਾਂ ਕਹੀਏ ਕਿ ਬੂਟਾ ਜਿਹੜਾ ਸੀਗਾ ਉਹ ਇੱਥੋਂ ਲੱਗਿਆ ਸੀਗਾ। ਪਿਛਲੀ ਵਾਰ ਜਿੱਥੇ ਦੇਸ਼ ਦੇ ਵਿੱਚ ਪੂਰੇ 'ਚ ਬੀਜੇਪੀ ਦੀ ਲਹਿਰ ਸੀਗੀ, ਤਾਂ ਇੱਥੋਂ ਦੀਆਂ ਸੀਟਾਂ ਦਾ ਜਿਹੜਾ ਸੀਗਾ ਇੱਕ ਉਹ ਵੱਖਰਾ ਪੇਸ਼ਕਾਰੀ ਸੀਗੀ। ਇਸ ਵਾਰ ਤੁਹਾਨੂੰ ਕੀ ਨਜ਼ਰ ਆਉਂਦਾ ਜਿੱਥੇ ਆਮ ਆਦਮੀ ਪਾਰਟੀ ਮੌਜੂਦਾ ਸੱਤਾ ਧਿਰ ਦੇ ਵਿੱਚ ਹੈ, ਕਾਂਗਰਸ ਵਿਰੋਧੀ ਧਿਰ ਦੇ ਵਿੱਚ ਹੈ, ਇੱਕ ਦੂਸਰੇ ਨੂੰ ਕਾਫੀ ਭੰਡਿਆ ਵੀ ਹੈ, ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀਆਂ ਹੋਈਆਂ, ਅਰੈਸਟ ਤੱਕ ਕਰਵਾ ਦਿੱਤੇ ਗਏ ਲੀਡਰ, ਵਿਜੀਲੈਂਸ ਦੀ ਰੇਡਸ ਹੋਈਆਂ, ਹਾਲਾਂਕਿ ਭੰਡ ਕੇ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਆਈ ਹੈ। ਕੀ ਲੱਗਦਾ ਇੱਕ ਪਲੇਟਫਾਰਮ ਦੇ ਉੱਤੇ ਲੋਕ ਐਕਸੈਪਟ ਕਰ ਪਾਉਣਗੇ ਇਹਨਾਂ ਨੂੰ? ਦੇਖੋ, ਲੋਕਾਂ ਦੇ ਕੋਲੇ ਇੱਕ ਗੱਲ ਆ ਕਿ ਲੋਕਾਂ ਕੋਲੇ ਦੂਜਾ ਆਲਟਰਨੇਟਿਵ ਕੀ ਹੈ। ਦੂਜਾ ਆਲਟਰਨੇਟਿਵ ਹੈ ਕਿ ਵੀ ਮੋਦੀ ਲੈਡ ਗਵਰਨਮੈਂਟ ਹੈਗੀ। ਮੋਦੀ ਇੱਕ ਫਾਰਮ ਪ੍ਰੋਟੈਸਟਸ, ਇੱਕ ਬਹੁਤ ਵੱਡਾ ਜਿਹੜੀ ਮੋਦੀ ਸਰਕਾਰ ਪੋਲਰਾਈਜੇਸ਼ਨ ਦੀਆਂ ਮੂਵਸ ਚਲਾਉਂਦੀ ਰਹੀ ਹੈ ਹਿੰਦੂਤਵ ਕਰਕੇ ਜਾਂ ਆਪਦੇ ਆਪ ਨੂੰ ਪੋਪੂਲੈਰਿਟੀ 'ਚ ਰੱਖਣ ਕਰਕੇ, ਉਹਦਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਵਚੇਤਨ ਮਨ 'ਚ ਬਹੁਤ ਵੱਡਾ ਵਿਰੋਧ ਪਿਆ ਹਰੇਕ ਦੇ ਅੰਦਰ। ਸੋ ਉਹਨਾਂ ਫੈਕਟਰਸ ਨੂੰ ਲੈਂਦੇ ਹੋਏ ਇਹ ਨਹੀਂ ਕਿ ਵੀ ਇਹ ਚੰਗੇ ਆ, ਮਤਲਬ ਅਗੇਨ ਇਹ ਨਹੀਂ ਕਿ ਵੀ ਲੋਕੀ ਇਹਨਾਂ ਨੂੰ ਚਾਹੁੰਦੇ ਆ ਕਿ ਵੀ ਇਹ ਇਹਨਾਂ ਨੂੰ ਜਿਵੇਂ ਵਿਧਾਨ ਸਭਾ ਵੇਲੇ ਤਾਂ ਉਹ ਇੱਕ ਚਾਂਸ ਦੇਣਾ ਚਾਹੁੰਦੇ ਸੀ ਦੂਜਿਆਂ ਨੂੰ, ਬਦਲਾਅ ਲੈ ਕੇ ਆਉਣਾ। ਹੁਣ ਲੋਕੀ ਆਮ ਜਨਤਾ ਤਕਰੀਬਨ ਕਲੀਅਰ ਹੈ ਕਿ ਵੀ ਇਹ ਦੋਨਾਂ ਚੋਂ ਲੈਸਰ ਆਫ ਦਾ ਈਵਲਸ ਚੁਣਨਾ ਹੁੰਦਾ ਨਾ, ਜਿਵੇਂ ਕਿ ਵੀ ਕਿਹੜਾ ਘੱਟ ਮਾੜਾ ਹੈ ਨਾ, ਆਪਾਂ ਚੁਣਨਾ। ਸੋ ਇਹ ਸਿਚੁਏਸ਼ਨ ਦੇ ਵਿੱਚ ਆਮ ਪਰਸੈਪਸ਼ਨ ਅੱਜ ਦੀ ਦੌਰ ਦੇ ਵਿੱਚ ਹੈਗੀ ਆ, ਸਮੇਂ ਦੇ ਵਿੱਚ ਹੈ ਕਿ ਵੀ ਜੇ ਇਹ ਲੋਕ ਇਕੱਠੇ ਹੋ ਜਾਣ ਤਾਂ ਇਹਨਾਂ ਦੇ ਚਾਂਸਸ ਬਹੁਤ ਜ਼ਿਆਦਾ ਹੈ। ਦੂਸਰੀ ਗੱਲ ਹੈ ਕਿ ਪੰਜਾਬ ਦੀ ਜੇ ਆਪਾਂ 2019 ਦੀ ਚੋਣਾਂ ਨੂੰ ਵੀ ਵੇਖੀਏ ਤਾਂ 2019 ਦੀਆਂ ਚੋਣਾਂ 'ਚ ਸਿਰਫ ਇੱਕ ਸੀਟ ਸੀ ਬੀਜੇਪੀ ਦੇ ਕੋਲੇ, ਜਿਹੜੀ ਦੇ ਵਿੱਚ ਉਹ 50% ਤੋਂ ਵੀ ਵੱਧ ਪੋਲਿੰਗ ਤੇ ਸੀਗੇ। ਬਾਕੀਆਂ 'ਚ ਜੇ ਅਲਾਈਅੰਸ ਦੀਆਂ ਵੋਟਸ ਇਕੱਠੀਆਂ ਪੋਲ ਹੋ ਜਾਂਦੀਆਂ ਤਾਂ ਚਾਂਸ ਹੀ ਨਹੀਂ ਸਟੈਂਡ। ਉਹ ਵੀ ਸੈਲੀਬ੍ਰਿਟੀ ਕਾਰਡ ਸੀਗਾ ਤਾਂ ਗੁਰਦਾਸਪੁਰ ਸੈਲੀਬ੍ਰਿਟੀ ਕਾਰਡ ਵੀ ਸੀ, ਪੁਲਵਾਮਾ ਹੋਏ ਕਰਕੇ ਉਹ ਆਲਮੋਸਟ ਬਾਰਡਰ ਤੇ ਹੋਣ ਕਰਕੇ ਉਹਦਾ ਵੀ ਇੰਪੈਕਟ ਸੀਗੇ। ਸੋ ਇਹ ਕਈ ਫੈਕਟਰ ਸੀ ਜਿਹਦੇ ਕਰਕੇ, ਤਾਂ ਕੋਈ ਇੰਨੀ ਜੇ ਆਪਾਂ ਨੰਬਰਸ ਦੀ ਪਿਓਰ ਗੇਮ ਕਰੀਏ ਤੇ ਕੋਈ ਹੋਰ ਫੈਕਟਰ ਨਹੀਂ ਆਉਂਦਾ ਵਿੱਚ, ਤਾਂ ਉਹ ਕਾਰਨ ਹੈਗਾ। ਦੂਸਰਾ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਪੰਜਾਬ ਦੀ ਪੋਪੂਲੇਸ਼ਨ ਕੰਸਰਨਡ ਆ, ਜਿਵੇਂ ਹੁਣ ਫਾਰਮਰਸ ਹੀ ਹੈਗੇ ਹਨਾ, ਇਹਨਾਂ ਨੇ ਵੇਖੋ ਬਾਸਮਤੀ ਦੇ ਉੱਤੇ ਇੱਕ ਤਰ੍ਹਾਂ ਦੀ ਅੰਬਾਰਗੋ ਲਾਉਣ ਦੀ ਕੋਸ਼ਿਸ਼ ਕੀਤੀ, ਉਹਦੀ ਰੇਟ ਹੀ ਇੰਨਾ ਚੱਕਤਾ ਬੇਸ ਰੇਟ ਕੇ ਐਕਸਪੋਰਟ ਵਾਸਤੇ, ਉਹਨਾਂ ਦੇ ਵਿੱਚ ਕੋਈ ਪੋਜ਼ਿਟਿਵ ਇਮੇਜ ਨਹੀਂ ਜਾ ਰਹੀ ਸੈਂਟਰਲ ਗਵਰਨਮੈਂਟ ਦੀ। ਇਸੇ ਤਰੀਕੇ ਨਾਲ ਜਿਹੜਾ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜਿਵੇਂ ਉਹ ਜਗ੍ਹਾ ਦੇਣ ਨੂੰ ਫਿਰਦੇ ਆ ਵਿਧਾਨ ਸਭਾ ਵਾਸਤੇ, ਉਹਦਾ ਇੱਕ ਨੈਗੇਟਿਵ ਪਰਸੈਪਸ਼ਨ। ਸੋ ਓਵਰਆਲ ਇਸ ਟਾਈਮ ਬੀਜੇਪੀ ਦੀ ਪਰਸੈਪਸ਼ਨ। ਔਰ ਜਿਹੜੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਹਾਲਾਂਕਿ ਬੀਜੇਪੀ 'ਚ ਜਾ ਚੁੱਕੇ ਨੇ, ਤਾਂ ਲੱਗਦਾ ਕਿ ਉਹ ਗਰਾਊਂਡ ਉਨੀ ਦੇਰ ਤੱਕ ਉਹ ਤਿਆਰ ਕਰ ਪਾਉਣਗੇ। ਔਰ ਜੇ ਅਕਾਲੀ ਦਲ ਔਰ ਬੀਜੇਪੀ ਦਾ ਅਲਾਇੰਸ ਹੋ ਜਾਂਦਾ, ਕਿਉਂਕਿ ਅੱਜ ਦੀ ਜੋ ਸਟੇਟਮੈਂਟ ਹੈ ਸੁਖਬੀਰ ਸਿੰਘ ਬਾਦਲ ਦੀ, ਉਹਨਾਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਸਪੋਰਟ ਕਰਦੇ ਹਾਂ, ਔਰ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਕਿ ਸਟੇਟ ਦੀ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨਸ ਦੇ ਨਾਲ ਹੋਣੀਆਂ ਚਾਹੀਦੀਆਂ, ਕਹਿੰਦੇ ਖਰਚਾ ਵੀ ਘਟੂਗਾ। ਇੱਕ ਲੱਗ ਰਿਹਾ ਕਿ ਸੁਖਬੀਰ ਬਾਦਲ ਇਜ਼ ਗੋਇੰਗ ਇਨਕਲਾਈਨ ਟੂਵਰਡਸ ਬੀਜੇਪੀ। ਦੇਖੋ, ਸੁਖਬੀਰ ਬਾਦਲ ਕੋਲੇ ਜਿਹੜੀਆਂ ਆਪਸ਼ਨਸ ਆ, ਹਾਲਾਂਕਿ ਉਹ ਕਹਿ ਰਹੇ ਕਿ ਮੇਰੇ ਕੋਲੇ ਆਪਸ਼ਨਸ ਬਹੁਤ ਆ, ਪਰ ਉਹਨਾਂ ਕੋਲੇ ਬਹੁਤ ਲਿਮਿਟਡ ਆਪਸ਼ਨਸ ਆ। ਉਹਨਾਂ ਦੀ ਪਹਿਲੀ ਗੱਲ ਤਾਂ ਉਹਨਾਂ ਨੇ ਜਦੋਂ ਕਹਿੰਦੇ ਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਆ,
ਤਾਂ ਜੇ ਆਪਾਂ ਉਹਨਾਂ ਨੂੰ ਅਗਲਾ ਸਵਾਲ ਕੋਈ ਪੁੱਛੇ ਕਿ ਚਲੋ ਜੀ ਫਿਰ 2027 ਦੀ ਜਗ੍ਹਾ ਆਪਾਂ 2029 ਚ ਹੋ ਜਾਣ ਕਿ ਆਪਾਂ ਆਮ ਆਦਮੀ ਪਾਰਟੀ ਮਤਲਬ ਉਦੋਂ ਤੇ ਮਤਲਬ ਅੱਜ ਜੇ ਲਾਅ ਪਾਸ ਹੁੰਦਾ ਤਾਂ ਉਦੋਂ ਇੰਪਲੀਮੈਂਟ ਹੋ ਜਾਏ, ਠੀਕ ਹੈ, ਤਾਂ ਆਈ ਥਿੰਕ ਉਹਦਾ ਆਨਸਰ ਡਿਫਰੈਂਟ ਹੋਊਗਾ। ਬਿਕਾਜ਼ ਸੁਖਬੀਰ ਜਿਹੜੀ ਅਕਾਲੀ ਦਲ ਦੀ ਪ੍ਰੈਜ਼ੈਂਟ ਲੀਡਰਸ਼ਿਪ ਆ ਉਹਦੇ ਵਾਸਤੇ ਤਾਂ ਇੱਕ ਦਿਨ ਵੀ ਹੁਣ ਜਿਹੜਾ ਉਹਨਾਂ ਦੇ ਹੱਥੋਂ ਜਾ ਰਿਹਾ ਤਾਂ ਉਹਦਾ ਕਾਡਰ ਨੂੰ ਡਿਮੋਰਲਾਈਜ਼ ਕਰ ਰਿਹਾ। ਸੋ ਦੇ ਵਾਂਟ ਕਿ ਵੀ ਜੇ ਜਲਦੀ ਤੋਂ ਜਲਦੀ ਵਿਧਾਨ ਸਭਾ ਇਲੈਕਸ਼ਨ ਹੋ ਜਾਣ ਤਾਂ ਸਾਡੇ ਕੋਲੇ ਰਿਕਵਰੀ ਦੇ ਕੋਈ ਚਾਂਸ ਹੈਗੇ ਤੇ ਡੈਫੀਨੇਟਲੀ ਉਹ 3 ਕਨਸਟੀਟਿਊਐਂਸੀਜ਼ ਜਿੱਤਣ ਨਾਲੋਂ ਡੈਫੀਨੇਟਲੀ ਕੁਛ ਨਾ ਕੁਛ ਰਿਕਵਰੀ ਹੋਊ। ਬਿਕਾਜ਼ ਆਮ ਆਦਮੀ ਪਾਰਟੀ ਦੇ ਅਗੇਂਸਟ ਵੀ ਇੱਕ ਐਂਟੀ ਇਨਕੰਬੈਂਸੀ ਨਜ਼ਰ ਆਊਗੀ। ਇੱਕ ਤਾਂ ਇਹ ਗੱਲ ਹੈਗੀ ਹੈ ਜੀ। ਸੋ ਉਸ ਉਹਦੀ ਸਟੇਟਮੈਂਟ ਨੂੰ ਉਹਦੇ ਆਪਦੇ ਪਾਰਟੀ ਦੇ ਮੁਫਾਦਾਂ ਦੇ ਐਂਗਲ ਤੋਂ ਵੇਖੀਏ ਤਾਂ ਜੇ ਉਹਨੂੰ ਕੁਆਲੀਫਾਈ ਕਰਾਂਗੇ ਫਰਦਰ ਤਾਂ ਸ਼ਾਇਦ ਉਹ ਡਿਫਰ ਕਰ ਜੇ ਸਟੇਟਮੈਂਟ। ਦੂਸਰੀ ਗੱਲ ਆ ਜਾਂਦੀ ਹੈ ਕਿ ਉਹਨਾਂ ਨੇ 1-2 ਦਿਨ ਪਹਿਲਾਂ ਵੀ ਇਹ ਇਨਕਲੀਨੇਸ਼ਨ ਦਿੱਤੀ ਸੀ ਕਿ ਸਾਡੇ ਕੋਲ ਆਪਸ਼ਨ ਆ, ਬਟ ਉਹਨਾਂ ਨੇ ਨਾਲ ਆਪਸ਼ਨਸ ਨੂੰ ਅੱਗੇ ਕੁਆਲੀਫਾਈ ਕਰਤਾ ਸੀਗਾ। ਕਾਂ ਸਟੇਟਮੈਂਟ ਦਿੱਤੀ ਸੀ ਕਿ ਕੁਝ ਐਸੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਜਿਨ੍ਹਾਂ ਨੇ ਪਹਿਲਾਂ ਵੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ, ਜਿਹਦੇ 'ਚ ਉਹਨਾਂ ਨੇ ਕਾਂਗਰਸ ਨੂੰ ਡਾਇਰੈਕਟਲੀ ਹਿੱਟ ਕੀਤਾ। ਸੋ ਇਹ ਅਲਾਈਅੰਸ ਤਾਂ ਪੋਸੀਬਲ ਨਹੀਂ। ਹਾਲਾਂਕਿ ਇਹ ਵੀ ਚਰਚਾ ਸੀ ਕਿ ਸ਼ਾਇਦ ਸੱਦਾ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਵੀ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਵੀ ਇੰਡੀਆ ਗੱਠਜੋੜ ਦੇ ਤਹਿਤ ਆ ਜਾਓ, ਤੁਸੀਂ ਵੀ ਨਾਲ ਇਸ ਅਲਾਈਅੰਸ ਦੇ ਜੁੜੋ। ਵੇਖੋ ਜੇ ਸਿਧਾਂਤਕ ਤੌਰ ਤੇ ਆਪਾਂ ਵੇਖੀਏ ਤਾਂ ਜਿਹੜੀ ਅਪਰੋਚ ਅੱਜ ਇੰਡੀਆ ਅਲਾਈਅੰਸ ਕਹਿ ਰਹੀ ਆ ਜਾਂ ਜਿਹੜੀਆਂ ਗੱਲਾਂ ਪਿਛਲੇ ਕੁਝ ਸਮੇਂ ਤੋਂ ਰਾਹੁਲ ਗਾਂਧੀ ਕਰ ਰਹੇ ਹੈਗੇ ਆ ਕਿ ਇੰਡੀਆਜ਼ ਯੂਨੀਅਨ ਆਫ ਸਟੇਟਸ ਤੇ ਇੱਥੇ ਤਮਿਲਨਾਡੂ ਇੱਕ ਆਪਦੇ ਆਪ 'ਚ ਆਪਦੀ ਮਰਜ਼ੀ ਨਾਲ, ਜਿਵੇਂ ਉਹਨਾਂ ਨੇ ਪਹਿਲਾਂ ਸਪੀਚ ਸ਼ੁਰੂ ਕੀਤੀ, ਫਿਰ ਯੂਰਪ 'ਚ ਵੀ ਉਹਨਾਂ ਨੇ ਜਾ ਕੇ ਸਪੀਚ ਦਿੱਤੀ, ਤੇ ਜਿਹੜੀਆਂ ਕਿ ਇਹ ਜਿਵੇਂ ਯੂਰਪੀਅਨ ਯੂਨੀਅਨ ਉਹ ਜਾਂ ਯੂਨੀਅਨ ਆ, ਇਹ ਅਕਾਲੀ ਪਾਰਟੀ ਦੇ ਜਿਹੜਾ ਸਟਰਗਲ ਆ ਰਹੀ ਆ, ਹਮੇਸ਼ਾ ਇਤਿਹਾਸਿਕ ਸਟਰਗਲ ਰਹੀ ਆ, ਉਹਦੇ ਨਾਲ ਇਹ ਪੂਰੀ ਤੌਰ ਤੇ ਮੈਚ ਕਰਦਾ। ਉਹਦੇ ਵਿੱਚ ਹਿੰਡਰੈਂਸਿਸ ਕੀ ਆਉਂਦੀਆਂ? ਉਹ 'ਚ 2 ਮੋਟੀਆਂ ਹਿੰਡਰੈਂਸਿਸ ਆ। ਪਹਿਲੀ ਗੱਲ ਤਾਂ ਸਿੱਖ ਐਜ਼ ਅ ਮਾਸ ਕਾਂਗਰਸ ਨਾਲ ਕਿਸ ਬੇਸਿਸ ਤੇ ਜਾ ਸਕਦੇ ਆ, ਬਿਕੋਜ਼ ਪਿੱਛੇ ਜਿਹੜਾ ਹਿਸਟਰੀ ਆ ਉਹ ਬਹੁਤ ਚੈਕਰਡ ਹਿਸਟਰੀ, ਬਹੁਤ ਖੂਨ ਖਰਾਬੇ ਵਾਲੀ ਇਤਿਹਾਸ ਹੈਗਾ, ਜਿਹਦੇ ਵਿੱਚ ਕਾਂਗਰਸ ਦਾ ਜੋ ਰਵੱਈਆ ਰਿਹਾ ਉਹ ਠੀਕ ਨਹੀਂ ਰਿਹਾ। ਉਹਦੇ ਵਿੱਚ ਉਹ ਜ਼ਿੰਮੇਵਾਰ ਵੀ ਸੀ, ਉਦੋਂ ਬਾਅਦ ਵੀ ਉਹਨਾਂ ਨੇ ਕੁਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਐਪਰੀਸ਼ੀਏਬਲ ਕੁਛ ਨਹੀਂ ਕੀਤਾ। ਦੂਸਰਾ ਜਿਹੜਾ ਫੈਕਟਰ ਹੈਗਾ ਉਹ ਆ ਕਿ ਵੀ ਪਿਛਲੇ 25-30 ਸਾਲਾਂ ਤੋਂ ਇਸ ਪਰਿਵਾਰ ਦੇ ਤੇ ਪਾਰਟੀ ਦੇ ਬੀਜੇਪੀ ਨਾਲ ਸੰਬੰਧ ਬਹੁਤ ਗੂੜੇ ਤੇ ਬਹੁਤ ਡੂੰਘੇ ਹੋ ਚੁੱਕੇ ਹਨ। ਸੋ ਇਹਨਾਂ ਨੂੰ ਇੱਕਦਮ ਉਹ ਸ਼ਿਫਟ ਕਰਨੀ ਬਹੁਤ ਮੁਸ਼ਕਲ ਆ। ਸੋ ਅਗੇਨ ਮੈਂ ਕਹੂੰਗਾ ਵੀ ਸਿਧਾਂਤਕ ਤੌਰ ਤੇ ਡੈਫੀਨੇਟਲੀ ਜਿਹੜੀਆਂ ਗੱਲਾਂ ਰਾਹੁਲ ਕਰ ਰਹੇ ਆ ਜਾਂ ਜਿਹੜੀਆਂ ਗੱਲਾਂ ਇੰਡੀਆ ਅਲਾਈਅੰਸ ਵਾਲੇ ਕਰ ਰਹੇ ਆ ਫੈਡਰਲ ਸਟਰਕਚਰ ਦੀਆਂ, ਉਹ ਬਹੁਤ ਚੰਗੀਆਂ ਤੇ ਉਹਦੇ ਉਹ ਢੁਕਵੀਆਂ, ਉਹ ਅਕਾਲੀ ਪੋਲਿਟਿਕਸ ਨਾਲ ਮੇਲ ਵੀ ਖਾਂਦੀਆਂ ਤੇ ਉਹ ਸਸਤੇ ਸਟਰਗਲ ਵੀ ਕਰਦੇ ਰਹੇ ਆ। ਬਟ ਜਿਹੜੇ ਇਨਸੀਡੈਂਟਸ ਆ ਜਾਂ ਸਮੋਲਰ ਨਾਨ ਸਟ੍ਰੈਟੇਜਿਕ ਇਸ਼ੂਜ਼ ਆ ਜਾਂ ਜਿਹੜੇ ਰਣਨੀਤਿਕ ਇਸ਼ੂ ਨਹੀਂਗੇ ਬਟ ਛੋਟੇ ਇਸ਼ੂਜ਼ ਆ, ਉਹਨਾਂ ਕਰਕੇ ਪਾਸਟ ਐਕਸਪੀਰੀਐਂਸਿਸ ਤੇ ਨੇੜਤਾ, ਜਿਹੜੀ ਪਰਿਵਾਰਕ ਨੇੜਤਾ, ਜਿਹਦੇ ਕਰਕੇ ਉਹ ਸੋਚਦੇ ਆ ਕਿ ਵੀ ਸਾਨੂੰ ਸਹਾਰਾ ਰਿਹਾ ਇੱਕ ਦੂਜੇ ਦਾ। ਪਰ ਉੱਥੇ ਦੂਜੇ ਪਾਸੇ ਸੁਖਬੀਰ ਬਾਦਲ ਉਹਨਾਂ ਦਾ ਥੋੜੇ ਦਿਨ ਪਹਿਲਾਂ ਸਟੇਜ ਤੋਂ ਇਹ ਵੀ ਬਿਆਨ ਸੀਗਾ, ਕਹਿੰਦੇ ਕਿ ਵੱਡਾ ਭਰਾ ਬਣਨ ਦੀ ਕੋਸ਼ਿਸ਼ ਕਰਦੇ ਨੇ, ਕਹਿੰਦੇ ਆਜੋ ਤੁਹਾਨੂੰ ਬਣਾਉਂਦੇ ਆ ਵੱਡਾ ਭਰਾ, ਮਤਲਬ ਇੱਕ ਤੌਰ ਦੇ ਉੱਤੇ ਤੰਜ ਕੱਸਿਆ ਸੀ ਉਹਨਾਂ ਨੇ। ਤਾਂ ਮਤਲਬ ਇਹ ਹਫਤੇ ਦੇ ਵਿੱਚ ਹੀ ਬਿਆਨਬਾਜ਼ੀਆਂ ਆਉਣੀਆਂ ਪਲਟਣੀਆਂ, ਔਰ ਕੀ ਲੱਗਦਾ ਹੈ ਕਿ ਫਿਰ ਬਸਪਾ ਦੇ ਨਾਲ ਫਿਰ ਗੱਠਜੋੜ ਜਿਹੜਾ ਹੈ ਉਹ ਅਕਾਲੀ ਦਲ ਨੂੰ ਤੋੜਨਾ ਪਊਗਾ? ਮੇਰਾ ਖਿਆਲ ਅਕਾਲੀ ਪੋਲਿਟਿਕਸ ਤਾਂ ਜਿਹੜੀ ਹੈ ਇਸ ਟਾਈਮ ਕਨਫਿਊਜ਼ਡ ਵੀ ਹੈਗੀ, ਉਹਨਾਂ ਦੇ ਕਾਡਰ ਵੀ ਕਨਫਿਊਜ਼ਡ ਹੈ। ਕਾਡਰ ਤਾਂ ਰਿਹਾ ਹੀ ਨਹੀਂ ਆਲਮੋਸਟ। ਹੁਣ ਜਿਹੜੀ ਚੀਜ਼ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜਦੋਂ ਉਹ 3 ਸੀਟਾਂ ਤੇ ਆਏ ਸੀ ਉਦੋਂ ਬਹੁਤ ਹਿਊ ਐਂਡ ਕਰਾਈ, ਰੌਲਾ ਬਹੁਤ ਪਿਆ ਸੀ ਕੁਛ ਨਾ ਕੁਛ ਕਰੀਏ ਬਦਲੀਏ। ਜਦੋਂ ਉਹ ਸੰਗਰੂਰ ਹਾਰੇ ਫਿਰ ਥੋੜਾ ਜਿਹਾ ਉਹ ਡਿਮ ਹੋ ਗਿਆ, ਘੱਟ ਰੌਲਾ ਪੈਣਾ ਸ਼ੁਰੂ ਹੋਇਆ। ਜਦੋਂ ਜਲੰਧਰ ਹਾਰੇ ਕਿਸੇ ਨੇ ਬੋਲਿਆ ਹੀ ਨਹੀਂ, ਇਹਦਾ ਮਤਲਬ ਨੀਚੇ ਤਾਂ ਕੰਮ ਖਤਮ ਹੋ ਚੁੱਕਿਆ। ਉਹ ਕੁਛ ਬੰਦੇ ਖੜਦੇ ਤੇ ਕੋਸ਼ਿਸ਼ ਕਰ ਰਹੇ ਹੋ ਦੁਬਾਰਾ ਉਹਨੂੰ ਰਿਵਾਈਵ ਕਰਨ ਦੀ। ਤਾਂ ਉਹ ਰਿਵਾਈਵ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਦੀ ਤਾਂ ਉਹ ਪੋਪੂਲਰ ਸੈਂਟੀਮੈਂਟਸ ਤੇ ਖੇਡਦੇ ਆ ਕਿ ਵੀ ਪੰਜਾਬ ਦੇ ਪਿੰਡ ਕੀ ਸੁਣਨਾ ਚਾਹੁੰਦੇ ਆ, ਪੰਜਾਬ ਦੇ ਲੋਕ ਕੀ ਸੁਣਨਾ ਚਾਹੁੰਦੇ ਆ। ਪੰਜਾਬ ਦੇ ਲੋਕ ਡੈਫੀਨੇਟਲੀ ਇਸ ਟਾਈਮ ਇਹ ਫੀਲ ਕਰਦੇ ਆ ਕਿ ਸਾਨੂੰ ਦਿੱਲੀ ਨੇ ਸਾਡੇ ਨਾਲ ਮਾੜਾ ਕੀਤਾ ਹਮੇਸ਼ਾ ਤੇ ਸਾਡਾ ਨਾਲ ਧੱਕਾ ਹੋਇਆ, ਤੇ ਦਿੱਲੀ ਅੱਜ ਦੀ ਡੇਟ 'ਚ ਮੋਦੀ ਉਹਦਾ ਸਿੰਬੋਲਿਕ ਹੈਡ ਵੀ ਹੈਗਾ। ਸੋ ਸਾਨੂੰ ਕੁਝ ਨਹੀਂ ਮਿਲ ਰਿਹਾ ਤੇ ਉਹਦੇ ਉਵੇਂ ਉਹਨਾਂ ਦੋ ਦਿੱਲੀ ਸਿੰਬੋਲਿਕ ਹੈਡ ਬਣੇ ਹੋਏ ਨੇ। ਵੈਸੇ ਤਾਂ ਹਾਂ, ਆਮ ਆਦਮੀ ਪਾਰਟੀ ਤੋਂ ਵੀ ਇਹੀ ਮੰਨਿਆ ਜਾਂਦਾ ਨਾ ਕਿ ਚੱਲ ਤਾਂ ਦਿੱਲੀ ਤੋਂ ਹੀ ਰਹੀ ਹੈ। ਜੇ ਤੁਸੀਂ ਪਿਓਰ ਸਿੱਖ ਪੋਲਿਟਿਕਸ ਦੇ ਐਂਗਲ ਤੋਂ ਵੇਖੋ ਤਾਂ ਨਾ ਇੰਡੀਆ ਤੇ ਨਾ ਐਨਡੀਏ ਹੈ ਨਾ, ਇਹਨਾਂ ਦੋਨਾਂ ਨੇ ਕੁਛ ਦੋਨਾਂ ਦੇ ਵਿੱਚ ਜੇ ਪਿਓਰ ਪੰਥਕ ਪੋਲਿਟਿਕਸ ਦੇ ਐਂਗਲ ਤੋਂ ਵੇਖੋ ਤਾਂ ਦੋਨਾਂ 'ਚ ਕਿਤੇ ਕੋਈ ਐਕਸਾਈਟਮੈਂਟ ਨਹੀਂ ਹੈ ਮਾਸਸ ਦੇ ਵਿੱਚ। ਵਿਜ਼ਨ ਤਾਂ ਸੇਮ ਹੀ ਇੱਕ ਤਰੀਕੇ ਦਾ ਹਾਂ ਸੇਮ ਆ। ਉਹਨਾਂ ਨੂੰ ਪਤਾ ਹੈ ਕਿ ਵੀ ਸਾਡੇ ਵਾਸਤੇ ਇਹਨਾਂ ਤੇ ਦੋਨਾਂ ਦੇ ਕੋਲੇ ਕੁਛ ਨਹੀਂ ਗਾ। ਬਟ ਲਾਰਜਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਚੂਜ਼ਿੰਗ ਦ ਲੈਸਰ ਈਵਲ, ਉਹ ਈਵਲ ਜਿਹਨੂੰ ਉਹ ਸੋਚਦੇ ਆ ਕਿ ਦੂਜੇ ਨੂੰ ਚੁਣਨ ਦੀ ਬਜਾਏ ਅਸੀਂ ਇਹਨੂੰ ਔਰ ਜਿਵੇਂ ਮੈਂ ਉਹੀ ਜ਼ਿਕਰ ਕਰ ਰਿਹਾ ਸੀਗਾ, ਤਾਂ ਫਿਰ ਕੀ ਬਸਪਾ ਦੇ ਨਾਲ ਇਹ ਗੱਠਜੋੜ ਫਿਰ ਟੁੱਟੂਗਾ? ਔਰ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ
ਬੀਜੇਪੀ ਦੇ ਨਾਲ ਹੀ ਹੱਥ ਮਿਲਾਉਂਦਾ ਹੋਇਆ ਨਜ਼ਰ ਆਊਗਾ? ਨਹੀਂ, ਪੋਲਿਟਿਕਸ ਇਜ਼ ਅ ਗੇਮ ਆਫ ਸਟ੍ਰੇਂਜ, ਉਹ ਕਹਿੰਦੇ ਬੈਡਮੇਟਸ ਹੈ ਨਾ, ਤਰ੍ਹਾਂ ਦੇ ਹੋ ਸਕਦੇ ਆ। ਹਲੇ ਆਪਾਂ ਕੁਝ ਨਹੀਂ ਪ੍ਰੈਡਿਕਟ ਕਰ ਸਕਦੇ ਸਰਟਨਟੀ ਨਾਲ। ਪੰਜਾਬ ਵਾਸਤੇ ਕੋਈ ਬਿਲਕੁਲ ਹੀ ਡਿਫਰੈਂਟ ਫਾਰਮੂਲਾ ਵਰਕਆਊਟ ਕਰ ਸਕਦੇ, ਬਿਕੋਜ਼ ਇੱਕ ਗੱਲ ਤਾਂ ਉਹਨਾਂ ਨੂੰ ਕਲੀਅਰ ਹੈ ਕਿ ਜੇ ਅਸੀਂ ਕੋਈ ਇਹ ਜਿਹਾ ਫਾਰਮੂਲਾ ਵਰਕਆਊਟ ਕੀਤਾ ਕਿ ਬੀਜੇਪੀ ਤੇ ਅਕਾਲੀ ਹੋਏ ਜਾਂ ਬੀਜੇਪੀ ਤੇ ਬਸਪਾ ਹੋਏ ਤਾਂ ਡੈਫੀਨਿਟਲੀ ਵਾਸ਼ ਆਊਟ ਹੀ ਹੈਗਾ ਵਾਸਤੇ, ਐਂ ਵੋਟਾਂ ਵੰਡੀਆਂ ਗਈਆਂ। ਸੋ ਇਹ ਹੋ ਸਕਦਾ ਕਿ ਕੋਈ ਬਾਅਦ 'ਚ ਵੀ ਹੋ ਸਕਦੀ ਹੈ, ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਬਾਅਦ ਦੇ ਵਿੱਚ ਵੀ ਅਲਾਈਅੰਸ ਹੋ ਜਾਵੇ। ਬਾਅਦ ਦਾ ਅਲਾਇੰਸ ਤਾਂ ਮੈਟਰ ਨਹੀਂ ਕਰਦਾ, ਬਿਕੋਜ਼ ਸੀਟਾਂ ਆਉਣਗੀਆਂ ਤਾਂ ਹੀ ਅਲਾਇੰਸ ਆ ਨਾ। ਇਸ ਟਾਈਮ ਤਾਂ ਜੋ ਅਰਥਮੈਟਿਕ ਆ ਉਹਨਾਂ ਦੇ ਅਗੇਂਸਟ ਵਰਕ ਕਰ ਰਹੇ, ਠੀਕ ਹੈ ਜੀ। ਜੋ ਔਰ ਸ਼ਹਿਰਾਂ ਦੇ ਵਿੱਚ ਰਿਪਰੈਜ਼ੈਂਟ ਕਰਨ ਵਾਸਤੇ ਵੀ ਅਕਾਲੀ ਦਲ ਦੇ ਕੋਲ ਕੁਝ ਨਹੀਂ ਹੈ, ਸ਼ਹਿਰਾਂ ਵਿੱਚ ਅਕਾਲੀਆਂ ਕੋਲੇ ਕੁਝ ਨਹੀਂ, ਤੇ ਬੀਜੇਪੀ ਵੀ ਕੋਈ ਜਿਹੜਾ ਕਾਂਗਰਸ ਆ ਉਹ ਵੀ ਇਕੁਅਲੀ ਕਲੋਜ਼ ਟੂ ਹਿੰਦੂ ਜਮਾਤ ਹੈਗੀ ਹੈ, ਜੇ ਉਹਨਾਂ ਨੂੰ ਕੀ ਹੈ, ਉਹਨਾਂ ਨੂੰ ਕੋਈ ਜ਼ਿਆਦਾ ਉਹਦੇ 'ਚ ਅੰਤਰ ਨਹੀਂ ਨਜ਼ਰ ਆਉਂਦਾ। ਤਾਂ ਇਹ ਹੈ ਨਹੀਂ ਗੇ ਬਾਅਦ ਵਾਲਾ ਅਲਾਇੰਸ ਨੂੰ ਤਾਂ ਆਪਾਂ ਛੱਡ ਦਈਏ ਹੈ ਨਾ, ਆਪਾਂ ਪਹਿਲਾਂ ਹੋਣ ਵਾਲੀ ਗੱਲ ਕਰੀਏ ਤਾਂ ਪਰ ਜਿਹੜੀ ਸਥਿਤੀ ਇਸ ਵੇਲੇ ਅਕਾਲੀਆਂ ਦੀ ਹੈ, ਤੁਹਾਨੂੰ ਉਹੀ ਸੇਮ ਸਿਚੁਏਸ਼ਨ ਕਾਂਗਰਸ ਦੀ ਵੀ ਨਜ਼ਰ ਆਉਂਦੀ ਹੈ? ਕਿਉਂਕਿ ਕਾਂਗਰਸ ਦੇ ਵਿੱਚ ਲੀਡਰ ਕ੍ਰਾਈਸਿਸ ਤਾਂ ਬਹੁਤ ਸਾਰਾ ਹੋ ਹੀ ਗਿਆ ਹੈ, ਲੀਡਰ ਬਚੇ ਨਹੀਂ ਹੈ, ਸਾਰੇ ਭਾਜਪਾ 'ਚ ਸ਼ਿਫਟ ਹੋ ਗਏ ਹੈ, ਇਹਨਾਂ ਕੋਲ ਆਪਦੇ ਕੋਲ ਆਪਣਾ ਕੈਡਰ ਜਿਹੜਾ ਹੈਗਾ ਉਹ ਵੀ ਇੰਨਾ ਹੁਣ ਮਜ਼ਬੂਤ ਰਿਹਾ ਨਹੀਂ ਹੈ। ਤਾਂ ਕੀ ਤੁਹਾਨੂੰ ਲੱਗਦਾ ਕਿ ਸੇਮ ਜਿਹੜਾ ਜੋ ਕੁਝ ਭਾਜਪਾ 'ਚ ਸ਼ਿਫਟ ਹੋਇਆ ਕਾਂਗਰਸ 'ਚੋਂ, ਉਹ ਲਾਰਜਲੀ ਕੈਪਟਨ ਸਾਹਿਬ ਤੇ ਉਹਨਾਂ ਦੀ ਕਿਚਨ ਕੈਬਨਿਟ ਹੀ ਸ਼ਿਫਟ ਹੋਈ ਹੈ, ਤੇ ਉਹ ਆਲਮੋਸਟ ਡਿਸਕ੍ਰੈਡਿਟਡ ਹੀ ਸੀ ਪੰਜਾਬ ਦੇ ਵਿੱਚ, ਪਹਿਲੀ ਗੱਲ। ਦੂਸਰੀ ਗੱਲ, ਐਜ਼ ਆਈ ਸੈਡ ਕਿ ਜੇ ਆਪਾਂ ਇਕੱਲੇ ਦਾ ਐਨਾਲਿਸਿਸ ਕਰਾਂਗੇ ਤਾਂ ਇਹ ਸਾਰੇ ਹੀ ਡਿਸਕ੍ਰੈਡਿਟਡ ਲੀਡਰਸ਼ਿਪ ਆ, ਚਾਹੇ ਆਮ ਆਦਮੀ ਪਾਰਟੀ ਦੀ ਅੱਜ ਦੀ ਡੇਟ 'ਚ ਉਹਨਾਂ ਦੀ ਹੇਠਾਂ ਗਰਾਊਂਡ ਤੇ ਬਹੁਤ ਸਿਚੁਏਸ਼ਨ ਠੀਕ ਨਹੀਂ, ਕਾਂਗਰਸ ਦੀ ਵੀ ਠੀਕ ਨਹੀਂ, ਆਪਣਾ ਬੀਜੇਪੀ ਦੀ ਤਾਂ ਬਿਲਕੁਲ ਹੀ ਠੀਕ ਨਹੀਂ, ਤੇ ਅਕਾਲੀਆਂ ਕੋਲੇ ਵੀ ਕੁਝ ਨਹੀਂਗਾ। ਸੋ ਇਹ ਜਿਹੜਾ ਇਸ ਟਾਈਮ ਜਿੰਨਾ ਵੀ ਸਪੈਕਟਰਮ ਆਫ ਪੋਲਿਟਿਕਸ ਹੈਗਾ, ਇਹ ਪੰਜਾਬ ਦੇ ਵਿੱਚ, ਈਵਨ ਹਰਿਆਣੇ ਦੇ ਵਿੱਚ ਵੀ ਇਹੀ ਹਾਲ ਆ। ਇਹ ਡਿਸਕ੍ਰੈਡਿਟਡ ਲੋਕ ਹੈਗੇ ਆ, ਇਹਨਾਂ ਦੇ ਚਿਹਰਿਆਂ ਤੇ ਵੋਟ ਨਹੀਂ ਪੈਣੀ, ਸਿਚੁਏਸ਼ਨ ਤੇ ਵੋਟ ਪੈ ਰਹੀ ਹੈ ਇਸ ਟਾਈਮ। ਆਜ਼ਾਦ ਨੂੰ ਵੀ ਕੋਈ ਇਸ ਦੇ ਵਿੱਚੋਂ ਐਜ ਨਿਕਲ ਸਕਦੀ ਹੈ, ਮਿਲ ਸਕਦੀ ਹੈ, ਜੇਕਰ ਕੋਈ ਜਾਂ ਕੋਈ ਹੋਰ ਹੀ ਇੱਕ ਧਿਰ ਨਵੀਂ ਜੇ ਖੜੀ ਹੋ ਜਾਂਦੀ ਹੈ ਤਾਂ ਲੱਗਦਾ ਕਿ ਉਹਦੇ ਵਾਸਤੇ ਸਪੇਸ ਹੋਊਗਾ ਇਹਨਾਂ ਸਾਰੇ ਕ੍ਰਾਈਸਿਸ ਦੇ ਵਿਚਕਾਰ? ਧਿਰ ਆਪਾਂ ਫੋਰਸੀਏਬਲ ਫਿਊਚਰ 'ਚ ਕੋਈ ਨਜ਼ਰ ਨਹੀਂ ਆ ਰਹੀ ਹੈ ਨਾ, ਟਾਈਮ ਵੀ ਇੰਨਾ। ਤੇ ਕੋਈ ਸਿੱਧੂ ਸਾਹਿਬ ਵੀ ਸ਼ਾਂਤੀ ਬੈਠੇ ਹੋਏ ਨੇ ਨਾ, ਉਹਨਾਂ ਦਾ ਕੀ ਫਿਊਚਰ ਹੈ? ਉਹ ਫਿਰ ਇੰਨੀ ਜਲਦੀ ਸਿੱਧੂ ਸਾਹਿਬ ਨੂੰ ਵੀ ਤੁਸੀਂ ਵੇਖੋ ਤਾਂ ਉਹ ਟੀਮ ਪਲੇਅਰ ਨਹੀਂ ਰਹੇ ਪਿੱਛੇ, ਹੈ ਨਾ, ਉਹ ਸਿੰਗਲ ਮੈਨ ਆਰਮ ਹੀ ਰਹੇ ਆ। ਤਾਂ ਸਿੰਗਲ ਫੇਸ ਕਿੰਨੀ ਕੁ ਜਲਦੀ ਮੋਬਿਲਾਈਜ਼ ਕਰ ਸਕਦਾ ਹੈ, ਕਿੰਨੀ ਕੁ ਜਲਦੀ ਉਹਨੂੰ ਪਰਕੂਲੇਟ ਕਰ ਸਕਦਾ, ਬਹੁਤ ਡਿਫਿਕਲਟ ਹੈ। ਹਾਂ, ਆਪਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੌਂਸਟੀਟਿਊਂਸੀ 'ਚ ਕੋਈ ਸਿੰਗਲ ਫੇਸ ਆਪਾਂ ਵੇਖ ਸਕਦੇ ਹਾਂ। ਉਹ ਆਜ਼ਾਦ ਵੀ ਹੋ ਸਕਦਾ, ਉਹ ਕੋਈ ਬੀਜੇਪੀ ਦਾ ਕੋਈ ਸਿੰਗਲ ਫੇਸ ਵੀ ਹੋ ਸਕਦਾ, ਜਾਂ ਅਕਾਲੀਆਂ ਦਾ ਵੀ ਕੋਈ ਸਿੰਗਲ ਫੇਸ ਹੁੰਦਾ ਜਿਹਨੇ ਐਕਸੈਪਸ਼ਨਲੀ ਵੈਲ ਕੀਤਾ ਹੋਇਆ ਲੋਕਾਂ 'ਚ, ਠੀਕ ਹੈ ਨਾ। ਇਹ ਆਪਾਂ ਵਿਧਾਨ ਸਭਾ 'ਚ ਵੀ ਵੇਖਿਆ ਕਿ ਐਂ ਸਵੀਪ ਨਹੀਂ ਇਕੱਲੀ ਵੱਜੀ, ਉਹਦੇ ਵਿੱਚ ਕੁਛ ਐਕਸੈਪਸ਼ਨਲ ਹੋਏ। ਇਹ ਜਿਹੜੀਆਂ ਬਲੈਕ ਸਵੈਨਸ ਹੁੰਦੀਆਂ, ਇਹਨੂੰ ਆਪਾਂ ਕਿਸੇ ਐਨਾਲਿਸਿਸ 'ਚ ਨਹੀਂ ਪ੍ਰੈਡਿਕਟ ਕਰ ਸਕਦੇ ਕਿ ਇਹ ਹੋ ਸਕਦਾ ਕਿ ਕੋਈ ਕਿਸੇ ਨੇ ਐਕਸੈਪਸ਼ਨਲੀ ਲੋਕਾਂ ਵਾਸਤੇ ਬਹੁਤ ਕੰਮ ਕੀਤਾ ਇੱਕ ਏਰੀਆ 'ਚ, ਉਹ ਸੋਚਦੇ ਆ ਕਿ ਹਾਂ ਵੀ ਸਾਰੇ ਉੱਧਰ ਤੁਰੇ ਵੇ ਤਾਂ ਆਪਣੇ ਕੋਲੇ ਤਾਂ ਇੱਕ ਬੰਦਾ ਹੈ ਜਿਹੜੀ ਆਪਣੀ ਆਵਾਜ਼। ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨਾਂ 'ਚ ਇਕੱਲਾ ਇਹ ਨਹੀਂ ਹੁੰਦਾ ਵੀ ਵਿਧਾਨ ਸਭਾ 'ਚ ਤਾਂ ਆਪਾਂ ਕਹਾਂਗੇ ਆਪਾਂ ਇਕੱਲਾ ਜਿਤਾ ਕੇ ਕੀ ਕਰਾਂਗੇ, ਕੀ ਕਰ ਲਓ। ਐਮਪੀ ਇਲੈਕਸ਼ਨਾਂ 'ਚ ਉਹ ਬੰਦਾ ਇਕੱਲਾ ਜਾ ਕੇ ਆਵਾਜ਼ ਉਠਾ ਸਕਦਾ, ਤੁਹਾਡੀ ਉੱਥੇ ਬੋਲ ਸਕਦਾ। ਸਿਮਰਜੀਤ ਮਾਨ ਨੂੰ ਜਿਤਾਈ ਦਿੱਤਾ ਸੀ, ਸਿਮਰਜੀਤ ਸਿੰਘ ਮਾਨ ਬੋਲਦੇ ਰਹੇ ਆ, ਪਹਿਲਾਂ ਭਗਵੰਤ ਮਾਨ ਵੀ ਟਾਈਮ ਲੈ ਕੇ ਬੋਲਦੇ ਰਹੇ ਆ। ਸੋ ਇਹ ਚਾਂਸਸ ਬਣ ਸਕਦੇ ਆ ਕਿਸੇ ਸਿੰਗਲ ਫੇਸ ਤੇ, ਬਟ ਇਹ ਡਿਪੈਂਡ ਕਰਦਾ ਹੈ ਕਿ ਉਹ ਆਪਦੇ ਆਪ ਨੂੰ ਕਿਵੇਂ ਮੋਬਿਲਾਈਜ਼ ਕਰਦਾ ਹੈ। ਕਿਉਂਕਿ ਆਜ਼ਾਦ ਕੈਂਡੀਡੇਟ ਹੈ ਜਾਂ ਇੰਡੀਪੈਂਡੈਂਟ ਕੈਂਡੀਡੇਟ ਹੁੰਦਾ, ਉਹ ਜਿਹੜੀ ਪ੍ਰੈਜ਼ੈਂਟ ਇਲੈਕਸ਼ਨ ਪ੍ਰਣਾਲੀ ਆ ਭਾਰਤ ਦੀ, ਉਹ ਆਜ਼ਾਦ ਕੈਂਡੀਡੇਟ ਦੇ ਮਾਝੇ ਵਾਲੇ ਪਾਸੇ ਨੂੰ ਅਸੀਂ ਜੇ ਗੱਲ ਕਰੀਏ ਤਾਂ ਪੰਥਕ ਸੀਟਾਂ ਹੋਣ ਦੇ ਨਾਤੇ ਵੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਫੈਕਟ ਕੁਝ ਸੀਟਸ ਦੇ ਉੱਤੇ ਪੈ ਸਕਦਾ? ਨਹੀਂ, ਮਾਝਾ ਆਪਾਂ ਪਿਛਲੇ ਵਾਰ ਵੀ ਵੇਖਿਆ ਸੀ, ਵੇਖੋ ਚਾਹੇ ਬੀਬੀ ਖਾਲੜਾ ਖੜੇ ਹੋਏ ਸੀ ਤਾਂ ਉੱਥੇ ਪੰਥਕ, ਪਰ ਬਹੁਤੇ ਲੋਕ ਉੱਥੇ ਖਡੂਰ ਸਾਹਿਬ ਵਾਲੇ ਕਹਿੰਦੇ ਨੇ ਕਿ ਸ਼ਾਇਦ ਅਸੀਂ ਗਲਤੀ ਕੀਤੀ ਕਿ ਨਹੀਂ ਜਿਤਾ ਪਏ, ਉਹ ਕਹਿੰਦੇ ਰਹਿਣਗੇ। ਬਟ ਮਾਝੇ ਦੇ ਵਿੱਚ ਨਾ ਇੱਕ ਬੜੀ ਪਰਟੀਕੂਲਰ ਜਿਹੜਾ ਬਾਰਡਰ ਬੈਲਟ ਆ, ਮਾਝਾ ਇਕੱਲਾ ਨਹੀਂ, ਬਾਰਡਰ ਬੈਲਟ ਸਾਰੀ ਦੇ ਉੱਤੇ, ਉਹ ਲਾਰਜਲੀ ਰੂਲਿੰਗ ਪਾਰਟੀ ਦੇ ਨਾਲ ਵੀ ਜਾਂਦੇ, ਬਿਕੋਜ਼ ਉੱਥੇ ਪੁਲਿਸ ਦੇ ਇੱਕ ਐਕਸਟਰਾਆਰਡੀਨਰੀ ਪਾਵਰਸ ਹੁੰਦੀਆਂ ਤੇ ਉਹ ਯੂਜ਼ ਵੀ ਹੁੰਦੀਆਂ, ਉੱਥੇ ਲੋਕ ਦਬਾਏ ਵੀ ਜਾਂਦੇ ਆ, ਤੇ ਉਹ ਫੀਅਰ ਉਹਨਾਂ ਨੂੰ ਕਨਸਟੈਂਟ ਪਲੇ ਕਰ ਰਿਹਾ ਹੁੰਦਾ। ਇਹ ਖਡੂਰ ਸਾਹਿਬ ਕਨਸਟੀਚੁਐਂਸੀ 'ਚ ਵੀ ਵੇਖਣ ਨੂੰ ਮਿਲਿਆ ਸੀ, ਇਹ ਹੋਰਾਂ 'ਚ ਵੀ ਮਿਲਦਾ। ਤਾਂ ਡੈਫੀਨੇਟਲੀ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਨੂੰ ਬਾਰਡਰ ਬੈਲਟ ਦੇ ਨਾਲ ਇੱਕ ਟ੍ਰੈਡੀਸ਼ਨਲੀ ਇੱਕ ਐਡਵਾਂਟੇਜ ਮਿਲਦਾ ਹੈ ਜੀ। ਔਰ ਬਹੁਤੇ ਲੋਕੀ ਹੁਣ ਇਹ ਵੀ ਕਹਿ ਰਹੇ ਕਹਿੰਦੇ ਕਿ ਜੇ ਅਲਾਇੰਸ ਇਹਨਾਂ ਦਾ ਹੋ ਗਿਆ, ਅੱਜ ਔਪਚਾਰਿਕ ਤੌਰ ਦੇ ਉੱਤੇ ਐਲਾਨ ਹੋ ਗਿਆ, ਤਾਂ ਕੀ ਪੰਜਾਬ ਦੇ ਵਿੱਚੋਂ ਵਿਰੋਧੀ ਧਿਰ ਦੀ ਭੂਮਿਕਾ ਖਤਮ ਹੋ ਗਈ ਹੈ? ਡੈਫੀਨੇਟਲੀ ਬਹੁਤ ਜਿਹੜੇ ਸੁਖਪਾਲ ਸਿੰਘ ਖਹਿਰਾ ਵਰਗੇ ਜਿਹੜੇ ਬਹੁਤ ਵੌਇਸਿਫੋਰਸ ਲੀਡਰ ਸੀ, ਉਹਨਾਂ ਵਾਸਤੇ ਬਹੁਤ ਵੱਡੀ ਇੱਕ ਧਰਮ ਸੰਕਟ ਖੜਾ ਹੋ ਗਿਆ ਕਿ ਵੀ ਹੁਣ ਉਹ ਕੀ ਪਾਰਟੀ ਲਾਈਨ ਟੋ ਕਰਨ ਕਿ ਸੱਚ ਦੇ ਨਾਲ ਖੜੇ ਹੋਣ। ਉਹਨਾਂ ਲੋਕਾਂ ਵਾਸਤੇ ਬਹੁਤ ਡਿਫਿਕਲਟੀ ਆ।
ਤੇ ਉਹ ਕੀ ਕਰਦੇ ਆ ਜਾਂ ਕੀ ਸਟੈਂਸ ਲੈਂਦੇ ਆ, ਇਹ ਬਹੁਤ ਵੇਖਣ ਵਾਲੀ ਗੱਲ ਹੋਊਗੀ। ਮਤਲਬ ਇਹਦਾ ਸ਼ਾਇਦ ਇਲੈਕਸ਼ਨਾਂ ਤੇ ਕਿੰਨਾ ਕੁ ਅਸਰ ਪੈਂਦਾ ਜਾਂ ਕਿੰਨਾ ਨਹੀਂ ਪਤਾ, ਬਟ ਇਹ ਇੱਕ ਆਪਾਂ ਇੱਕ ਆਬਜ਼ਰਵ ਕਰਨ ਵਾਲੀ ਗੱਲ ਹੋਊਗੀ ਉਹਨਾਂ ਵਾਸਤੇ ਬਹੁਤ ਕਿਉਂਕਿ ਜੇ ਇਹ ਲੀਡਰਸ ਇਸ ਵੇਲੇ ਵੋਕਲ ਵੀ ਸੀਗੇ ਤਾਂ ਇਸੇ ਕਰਕੇ ਸੀਗੇ ਕਿਉਂਕਿ ਲੋਕਾਂ ਦੇ ਵਿੱਚ ਇਹਨਾਂ ਦੀ ਇੱਕ ਉਹ ਪਰਸੈਪਸ਼ਨ ਬਣੀ ਹੋਈ ਹੈ ਕਿ ਹਨਾ ਇਹ ਸਾਰੇ ਇਸ਼ੂਜ਼ ਨੂੰ ਇਲੈਬੋਰੇਟ ਕਰਦੇ ਨੇ, ਚੁੱਕਦੇ ਨੇ। ਤਾਂ ਹੁਣ ਜਦੋਂ ਇਹ ਅਲਾਈਅੰਸ ਹੋ ਜਾਊਗਾ ਤਾਂ ਕੀ ਸੇਮ ਉਹੀ ਲਾਈਨ ਰਹੂਗੀ ਇਹਨਾਂ ਦੀ ਔਰ ਉਸੇ ਤਰੀਕੇ ਦੇ ਨਾਲ ਇਹ ਸਰਕਾਰ ਦੀਆਂ ਨਾਕਾਮੀਆਂ ਜੋ ਵੀ ਨੇ, ਜੋ ਵੀ ਇਸ਼ੂਜ਼ ਨੇ, ਉਹ ਉਸੇ ਤਰੀਕੇ ਨਾਲ ਚੁੱਕਦੇ ਹੋਏ ਨਜ਼ਰ ਆਉਣਗੇ? ਫਿਰ ਨਹੀਂ, ਵੇਖੋ ਜਿੱਥੋਂ ਤੱਕ ਤਾਂ ਲਾਈਨ ਆ ਹਨਾ, ਉਹ ਤਾਂ ਡੈਫੀਨਿਟਲੀ ਟੋਨ ਡਾਊਨ ਕਰਨੀ ਪਊਗੀ ਜੇ ਤਾਂ ਉਹਨਾਂ ਨੇ ਪਾਰਟੀ ਲਾਈਨ ਤੇ। ਦੇਖੋ ਇੱਕ ਗੱਲ ਤਾਂ ਇਹ ਵੀ ਸਾਫ਼ ਹੈਗੀ ਹੈ ਨਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਜ਼ਰੂਰ ਲਾਈਨ ਟੋ ਕਰ ਲੈਣਗੇ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜਿੰਨਾ ਕੁ ਟਾਈਮ ਵੀ ਇਹਨਾਂ ਦੀ ਸਰਕਾਰ ਬਣੇ ਨੂੰ ਹੋਇਆ ਹੈ ਕਿ ਕੋਈ ਵੀ ਲੀਡਰ ਇਹਨਾਂ ਦਾ ਪਾਰਟੀ ਲਾਈਨ ਤੋਂ ਬਾਹਰ ਅਸੀਂ ਜਾਂਦਾ ਨਹੀਂ ਵੇਖਿਆ, ਭਾਵੇਂ ਉਹਦੇ ਉੱਤੇ ਗਾਜ ਤੱਕ ਕਿਉਂ ਨਾ ਡਿੱਗੀ ਹੋਵੇ, ਭਾਵੇਂ ਉਹਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੋਵੇ, ਭਾਵੇਂ ਉਸ ਦੇ ਉੱਤੇ ਰੇਡ ਪਵਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਹੋਵੇ, ਤਾਂ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਜਿਹੜਾ ਹੈ ਉਹ ਪਾਰਟੀ ਦੇ ਖਿਲਾਫ ਨਹੀਂ ਨਜ਼ਰ ਆਉਂਦਾ। ਔਰ ਦੂਸਰੇ ਪਾਸੇ ਜੇ ਤੁਸੀਂ ਕਾਂਗਰਸ ਦੀ ਗੱਲ ਕਰਦੇ ਆ, ਇਹ ਬਿਲਕੁਲ ਹੀ ਟੋਟਲੀ ਓਪੋਜ਼ਿਟ ਨੇ, ਇਹ ਤਾਂ ਪਾਰਟੀ ਦੇ ਵਿੱਚ ਬੈਠੇ ਹੋਏ ਪਾਰਟੀ ਦੇ ਖਿਲਾਫ ਬੋਲਦੇ ਰਹਿੰਦੇ ਨੇ। ਨਹੀਂ, ਕਾਂਗਰਸ ਦਾ ਵੀ ਤਕਰੀਬਨ ਆਮ ਆਦਮੀ ਪਾਰਟੀ ਵਰਗਾ ਹੀ ਹਾਲ ਰਿਹਾ ਹਮੇਸ਼ਾ ਪੁਰਾਣਾ, ਪਰ ਹੁਣ ਸਿਰਫ ਇੱਕ ਦੋ ਲੀਡਰ ਆ ਉਹਨਾਂ ਦੇ ਖਾਸਲੀ ਜੇ ਆਪਾਂ ਪੁਆਇੰਟ ਆਊਟ ਕਰੀਏ ਅੱਜ ਦੇ ਡੇਟ, ਤਾਂ ਇੱਕ ਖੈਰਾ ਸਾਹਿਬ ਹੀ ਆ ਜਿਹੜੇ ਵੌਇਸ ਬੋਲਦੇ ਰਹੇ ਆ। ਪਰ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਆਵਾਜ਼ ਚੁੱਕੀ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ 13 ਦੀ 13 ਸੀਟਾਂ ਦੇ ਉੱਤੇ ਚੋਣ ਲੜਾਂਗੇ ਔਰ ਜਿੱਤ ਕੇ ਝੋਲੀ ਵੀ ਪਾਵਾਂਗੇ ਅਸੀਂ। ਨਹੀਂ, ਉਹ ਤਾਂ ਵੇਖੋ, ਉਹ ਤਾਂ ਸਟ੍ਰੈਟੇਜਿਕ ਜਾਂ ਟੈਕਟੀਕਲ ਜੀਆਂ ਸਟੇਟਮੈਂਟਸ ਹੈਗੀਆਂ ਕਿ ਵੀ ਆਪਾਂ ਉਹਨਾਂ ਨਾਲ ਕਿਵੇਂ ਨੈਗੋਸ਼ੀਏਟ ਕਰਨਾ ਹੈ, ਕਿੰਨਾ ਦਵਾਉਣਾ ਹੈ। ਤਾਂ ਉਹਨਾਂ ਨੇ ਦਿੱਲੀ 'ਚ ਵੀ ਬੜਾ ਕੁਝ ਬੋਲੇ ਹੈਗੇ ਆ। ਉਹ ਤਾਂ ਇੱਕ ਟੈਕਟੀਕਲ ਆ ਗਿਆ ਸੀ ਕਿ ਆਪਾਂ ਨੈਗੋਸ਼ੀਏਸ਼ਨ ਦੇ ਵਿੱਚ ਆਪਾਂ ਨੂੰ ਐਡਵਾਂਟੇਜ ਰਵੇ, ਇੰਨੀ ਕੁ ਹੈਗੀ ਆ। ਉਹ ਕੋਈ ਪਾਰਟੀ ਲਾਈਨ ਨਹੀਂ ਆਪਾਂ ਟੋ ਕਰ ਰਹੇ, ਪਰ ਉਹ ਪਾਰਟੀ ਲਾਈਨ ਪੂਰੀ ਟੋ ਕਰਦੇ ਆ ਇਹ ਲੋਕ। ਤੇ ਕਾਂਗਰਸ ਵੀ ਕਾਂਗਰਸ ਤਕਰੀਬਨ ਕਿ 100% ਹੀ ਪਾਸਟ ਉਹਨਾਂ 60-70 ਇਅਰਸ ਦਾ ਐਕਸਪੀਰੀਅੰਸ ਵੇਖੀਏ ਤਾਂ ਉਹ ਤਾਂ ਬਿਲਕੁਲ ਇੱਕ ਇੰਚ ਨਹੀਂ ਹਿਲਦੇ ਆਦੀ ਪਾਰਟੀ ਲਾਈਨ ਤੋਂ। ਤੇ ਉਹ ਤਾਂ ਮਤਲਬ ਤਾਰੀਫ ਵੀ ਜਿਹੜੀ ਕਰਨੀ ਆ ਉਹਦੇ ਵੀ ਗਿਣੇ ਮਿੱਥੇ ਉਹਨਾਂ ਦੇ ਲਫ਼ਜ਼ ਆ ਉਵੇਂ ਹੀ ਕਰਨੀ ਪੈਂਦੀ ਆ ਉਹਨਾਂ ਨੂੰ, ਕਿ ਵੀ ਉਹਨਾਂ ਨੇ ਹਾਇਰਾਰਕੀ ਵੀ ਆਪਦੀ ਮੇਨਟੇਨ ਕਰਨੀ ਹੈ ਕਿ ਵੀ ਰਾਹੁਲ ਨੂੰ ਪਹਿਲਾਂ ਰੱਖਣਾ ਹੈ, ਬਾਅਦ 'ਚ ਪ੍ਰਿਯੰਕਾ ਨੂੰ ਰੱਖਣਾ ਹੈ, ਕਿੱਥੇ ਕਿ ਜੇ ਰੱਖਣਾ, ਉਹ ਸਾਰਾ ਅੰਦਰ ਵੀ ਉਹਨਾਂ ਦੇ ਉਵੇਂ ਹੈਗਾ। ਬਟ ਇਹਨਾਂ 'ਚੋਂ ਸਿਰਫ ਇੱਕ ਖਹਿਰਾ ਸਾਹਿਬ ਸੀ ਜਿਹੜੇ ਬੋਲਦੇ ਸੀ। ਹੁਣ ਉਹਨਾਂ ਦਾ ਆਪਾਂ ਨੂੰ ਰਵੱਈਆ ਵੇਖੋ ਆਉਣ ਵਾਲੇ ਸਮੇਂ 'ਚ ਕੀ ਆ, ਕਿ ਉਹ ਕਾਂਗਰਸ ਨਾਲ ਪਾਰਟੀ ਲਾਈਨ ਟੋ ਕਰਦੇ ਆ, ਕਿ ਉਹ ਅਲੱਗ ਹੁੰਦੇ ਆ ਇਸ ਗੱਲ ਤੋਂ, ਕਿ ਉਹ ਰੈਬਲ ਕਰਦੇ ਆ, ਕੀ ਸਿਚੁਏਸ਼ਨ ਹੁੰਦੀ ਆ ਉਹ ਆਪਾਂ ਨੂੰ ਪਤਾ ਲੱਗੂਗਾ। ਤੇ ਉਹ ਵੇਖੋ ਹੁਣ ਬਹੁਤੇ ਲੋਕ ਇਹ ਵੀ ਕਹਿ ਰਹੇ, ਕਹਿੰਦੇ ਕਿ ਹੁਣ ਜਿਹੜੇ ਕਾਂਗਰਸੀ ਜੇਲ੍ਹਾਂ ਦੇ ਵਿੱਚ ਡੱਕੇ ਸੀਗੇ, ਜਿਨ੍ਹਾਂ ਦੇ ਉੱਤੇ ਕਾਰਵਾਈਆਂ ਕਰਨ ਦੀ ਗੱਲ ਕਹਿੰਦੇ ਸੀ, ਕਹਿੰਦੇ ਸਾਰੇ ਦੁੱਧ ਧੋਤੇ ਹੋ ਗਏ। ਇਹ ਤਾਂ ਵੇਖੋ ਪੋਲਿਟਿਕਸ 'ਚ ਹੁੰਦਾ ਹੀ ਆਇਆ ਨਾ। ਆਪਾਂ ਇਹ ਲੋਕਾਂ ਨੇ ਆਪੋਜੀਸ਼ਨ ਨੇ ਬੋਲਣਾ ਹੀ ਆ, ਜਿਹੜੇ ਉਧਰ ਵਾਲੇ ਆ ਉਹਨਾਂ ਨੇ ਕਹਿਣਾ ਠੀਕ ਆ, ਬਟ ਮੋਰ ਅਰਥਮੈਟਿਕ ਵਿਲ ਟੇਕ ਕੇਅਰ ਆਫ ਇਟ। ਇਹ 10-12 ਦਿਨ 15 ਦਿਨ ਬੋਲਿਆ ਜਾਊਗਾ। ਉਸ ਤੋਂ ਬਾਅਦ ਇੱਕ ਜੇ ਉਤਲੇ ਆਪਾਂ ਮੈਕਰੋਸਕੋਪਿਕ ਲੈਵਲ ਤੇ ਜਿਹੜਾ ਇੰਡੀਆ ਦਾ ਪਲੇਟਫਾਰਮ ਆ, ਜੇ ਉਹ ਸਥਾਈ ਬਣ ਗਿਆ, ਜੇ ਉੱਥੇ ਲੋਕਾਂ ਨੂੰ ਵਿਸ਼ਵਾਸ ਆਇਆ ਕਿ ਵੀ ਹਾਂ ਇਹ ਚੱਲ ਸਕਦਾ, ਕਿਉਂਕਿ ਸਟੇਟਮੈਂਟਾਂ ਤਾਂ ਇਹੀ ਆ ਰਹੀਆਂ ਨੇ ਕਿ ਕਹਿੰਦੇ ਅਸੀਂ ਦੇਸ਼ ਬਚਾਉਣਾ ਹੈ, ਦੇਸ਼ ਬਚਾਉਣ ਲਈ ਜੇ ਇਕੱਠੇ ਵੀ ਹੋਣਾ ਪੈ ਰਿਹਾ ਤਾਂ ਇਸ ਦੇ ਵਿੱਚ ਕਹਿੰਦੇ ਕੋਈ ਗਲਤ ਗੱਲ ਨਹੀਂ ਹੈ। ਇਹ ਪਾਸਟ ਐਕਸਪੀਰੀਐਂਸਿਸ ਹੈ, ਪਰ ਉਹਦਾ ਪਾਸਟ ਐਕਸਪੀਰੀਐਂਸਿਸ ਇਹ ਵੀ ਹੈ ਕਿ ਵੀ ਜਦੋਂ ਐਮਰਜੈਂਸੀ ਤੋਂ ਬਾਅਦ ਦੇਸ਼ ਬਚਾਉਣ ਵਾਲੀ ਗੱਲ ਹੋਈ ਸੀ ਤੇ ਇਕੱਠੇ ਹੋਏ ਸੀ ਤਾਂ ਖਿੱਲਰ ਵੀ ਬਹੁਤ ਜਲਦੀ ਗਏ ਸੀਗੇ। ਕੀ ਉਹ ਹੁਣ ਮੈਚਿਓਰਿਟੀ ਲਿਆ ਸਕਦੇ ਆ? ਬਾਅਦ 'ਚ ਖੈਰ ਮੈਚਿਓਰਿਟੀਜ਼ ਵੀ ਆਈਆਂ, ਦੇਵਗੌੜੇ ਦੀ ਗਵਰਨਮੈਂਟ ਚੱਲੀ ਆ, ਹੋਰ ਬੜੀਆਂ ਸਰਕਾਰਾਂ ਚੱਲ ਗਈਆਂ, ਨਰਸਿਮਹਾ ਰਾਓ ਦੀ ਚੱਲ ਗਈ ਸੀ, ਠੀਕ ਹੈ ਨਾ, ਜਿਹੜੀ ਲੱਗਦਾ ਇਸੇ ਤਰੀਕੇ ਨਾਲ ਸਮੂਥਲੀ ਅੱਗੇ ਤੱਕ ਸਿਰੇ ਚੜ੍ਹੂਗਾ ਇਹ ਅਲਾਇੰਸ? ਕਿਉਂਕਿ ਅੱਜ ਤਾਂ ਭਾਵੇਂ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ, ਲੱਗਦਾ ਹੈ ਕਿ ਮੈਚਿਓਰ ਹੁੰਦੇ ਹੁੰਦੇ ਔਰ ਆਖਰੀਲੇ ਪੜਾਅ ਦੇ ਉੱਤੇ ਜਾਂਦੇ ਜਾਂਦੇ ਵੀ ਇਹ ਇਸੇ ਤਰੀਕੇ ਦੇ ਨਾਲ ਆਪਸ ਦੇ ਵਿੱਚ ਇਹਨਾਂ ਦੇ ਇਹ ਏਕਤਾ ਰਹੂਗੀ? ਕਿਉਂਕਿ ਅਜੇ ਤਾਂ PM ਦੇ ਚਿਹਰੇ ਦੇ ਉੱਤੇ ਚਰਚਾ ਫਿਰ ਬਹੁਤ ਜ਼ਿਆਦਾ ਹੋਣੀ ਹੈ ਕਿ ਚਿਹਰਾ ਕੌਣ ਹੋਊਗਾ, ਕਿਸ ਦੇ ਚਿਹਰੇ ਦੇ ਉੱਤੇ ਚੋਣ ਲੜਨੀ ਹੈ, ਕੌਣ PM ਫੇਸ ਹੋਊਗਾ। ਦੇਖੋ ਜਿਹੜੇ ਇਰੀਟੈਂਟਸ ਸੀਗੇ ਵੱਡੇ, ਜਿੱਥੇ ਕੁਝ ਡਿਫਿਕਲਟੀਜ਼ ਆ ਸਕਦੀਆਂ ਸੀ, ਉਹ ਇੱਕ ਤਾਂ TMC ਆ, ਜਿੱਥੇ ਮਮਤਾ ਬੈਨਰਜੀ, ਦੂਸਰਾ ਇਸ਼ੂ ਬਣ ਸਕਦਾ ਸੀ ਪੰਜਾਬ ਦਾ ਜਿੱਥੇ ਆਮ ਆਦਮੀ ਪਾਰਟੀ ਆ। ਇਹ ਵੱਡੇ ਇਰੀਟੈਂਟਸ ਜਿਹੜੇ ਸੀਗੇ ਇਹ ਸੀਗੇ। ਮੈਂ ਕਿਹਾ ਪੰਜਾਬ ਤਾਂ ਟੇਕਨ ਕੇਅਰ ਆਫ ਹੋ ਗਿਆ, ਤੇ ਸ਼ਾਇਦ ਕੇਜਰੀਵਾਲ ਸਾਹਿਬ ਇਹਨੂੰ ਓਪਰਚੁਨਿਟੀ ਵੀ ਵੇਖਣ ਕਿ ਪੰਜਾਬ 'ਚ ਸੀਟਾਂ ਕੰਸੀਡ ਕਰ ਦਿਓ, ਦੇ ਦਿਓ, ਤੇ ਦੂਜੇ ਏਰੀਆਜ਼ ਦੇ ਵਿੱਚ ਆਪਦੇ ਆਪ ਦੇ ਪੈਰ ਲਾਉਣੇ ਸ਼ੁਰੂ ਕਰ ਦਿਓ ਫॉर द ਫਿਊਚਰ ਵਿਧਾਨ ਸਭਾ। ਠੀਕ ਹੈ, ਉਹ ਸੋਚ ਸਕਦੇ ਇਸ ਗੱਲ ਹੈ। ਤੇ ਦੂਸਰੀ ਗੱਲ ਜੋ ਮੈਂ ਸਮਝਦਾ, ਮੈਂ ਪਹਿਲਾਂ ਵੀ ਇੱਕ ਵਾਰੀ ਇੱਥੇ ਇੰਟਰਵਿਊ 'ਚ ਕਹਿ ਕੇ ਗਿਆ ਸੀ ਕਿ ਜਿਹੜੇ ਫੋਰਸਿਸ ਪਲੇ ਕਰ ਰਹੀਆਂ ਇਸ ਟਾਈਮ, ਉਹ ਕੱਲੀਆਂ ਇੱਥੋਂ ਦੀ ਪੋਲਿਟਿਕਸ ਨਹੀਂ ਪਲੇ ਆਊਟ ਕਰ ਰਹੀ, ਜਿਹੜੀ ਆ ਉਹ ਕਿਤੇ ਨਾ ਕਿਤੇ ਕੌਮਾਂਤਰੀ ਰਾਜਨੀਤੀ ਦੀ ਵੀ ਜਾਂ
ਆਉਣ ਵਾਲੇ ਸਮੇਂ ਦੀ ਰਾਜਨੀਤੀ ਜਿਹੜੀ ਕੌਮਾਂਤਰੀ ਲੈਵਲ ਤੇ ਆ ਉਹਦੀ ਰਿਫਲੈਕਸ਼ਨ ਵੀ ਇੰਡੀਅਨ ਪੋਲਿਟਿਕਸ ਦੇ ਉੱਤੇ ਪਊਗੀ, ਪੈਂਦੀ ਵੀ ਰਹੀ ਹੈ ਪਾਸਟ ਦੇ ਵਿੱਚ। ਹਾਲਾਂਕਿ ਕਦੀ ਕਨਸਪੀਰੇਸੀ ਥਿਓਰੀਜ਼ 'ਚ ਕਹਿ ਦਿੰਦੇ ਸੀ ਕੁਛ, ਪਰ ਉਹ ਹੁਣ ਡੈਫੀਨਿਟਲੀ ਹਾਂ ਕਿ ਵੀ US ਚਾਹੁੰਦਾ ਹੈ ਕਿ ਵੀ ਇੱਥੇ ਐਸੀ ਸਰਕਾਰ ਆਵੇ ਜਿਹੜੀ ਫੈਡਰਲ ਸਟਰਕਚਰ ਨੂੰ ਜ਼ਿਆਦਾ ਪਲੇ ਕਰੇ। ਤੇ ਜਿਸ ਤਰੀਕੇ ਨਾਲ ਸਿਚੁਏਸ਼ਨ ਹੈ ਇਸ ਟਾਈਮ ਪਾਕਿਸਤਾਨ ਦੀ ਕਿ ਉਹ ਕਿਸੇ ਟਾਈਮ ਵੀ ਡਿਸਇੰਟੀਗ੍ਰੇਟ ਹੋ ਸਕਦਾ, ਗਲੋਬਲ ਪ੍ਰੋਬਲਮ ਬਣ ਸਕਦੀ, ਤਾਂ ਡੈਫੀਨਿਟਲੀ ਕੋਈ ਐਸਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਤੇ ਦੂਸਰੀ ਜਿਹੜੀ ਵੱਡੀ ਗੱਲ ਆ ਕਿ ਇਹਨਾਂ ਵਾਸਤੇ ਓਪਰਚੁਨਿਟੀ ਕਿਵੇਂ ਆ ਕਿ ਇਸ ਟਾਈਮ ਫੂਡ ਕ੍ਰਾਈਸਿਸ ਆਉਣ ਦਾ ਬਹੁਤ ਵੱਡਾ ਚਾਂਸ ਆ। ਅਲ ਨੀਨੋ ਦੇ ਵੀ ਰੀਜ਼ਨਸ ਆ ਰਹੀਆਂ, ਪਿੱਛੇ ਵੀ ਖਾਣੇ ਦੀ ਕਮੀ ਆਉਂਦੀ ਜਾ ਰਹੀ ਆ, ਪਿਛਲੇ 2-3 ਸੀਜ਼ਨਸ ਨਿਕਲੇ ਆ, ਤਾਂ ਦਸੰਬਰ ਜਨਵਰੀ 'ਚ ਐਕਸਪੈਕਟਡ ਆ ਕਿ ਫੂਡ ਇਨਫਲੇਸ਼ਨ ਬਹੁਤ ਜ਼ਿਆਦਾ ਹੋ ਜਾਏ। ਤੇ ਉਹ ਜੇ ਫੂਡ ਇਨਫਲੇਸ਼ਨ ਜ਼ਿਆਦਾ ਹੁੰਦੀ ਆ ਤਾਂ ਉਹ ਮੋਦੀ ਸਰਕਾਰ ਨੂੰ ਹਿੱਟ ਕਰਦੀ ਆ, ਉਵੇਂ ਜਿਵੇਂ ਇਮਰਾਨ ਖਾਨ ਨੂੰ ਪਾਕਿਸਤਾਨ 'ਚ ਹਿੱਟ ਕੀਤਾ ਸੀ ਉਹਨੇ। ਤੇ ਉਹ ਕ੍ਰਾਈਸਿਸ ਬਣ ਸਕਦਾ ਕਿਸੇ ਟਾਈਮ ਤੇ ਉਹਦੇ ਇਲਾਵਾ ਵੀ ਮਾਰਕੀਟਸ ਦੇ ਵਿੱਚ ਵੀ ਬਹੁਤ ਉਛਾਲ ਹੈ ਇਸ ਟਾਈਮ ਹੈ ਉਹਨਾਂ 'ਚ ਵੀ। ਤੇ ਅੱਜ ਦੀ ਡੇਟ 'ਚ ਮਿਡਲ ਕਲਾਸ ਕੋਸ਼ਿਸ਼ ਭਾਵੇਂ ਇਹਨਾਂ ਦੀ ਹੈ ਭਾਜਪਾ ਦੀ ਕਿ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰੀਏ, ਸਿਲੰਡਰ ਸਸਤੇ ਕਰ ਰਹੇ ਆ, ਪੈਟਰੋਲ ਸਸਤਾ ਡੀਜ਼ਲ ਕਰਨ ਦੀ ਉਹ ਹੈ ਜੀ, ਉਹ ਬਿਲਕੁਲ ਵੇਖੋ ਨਾ ਉਹਨਾਂ ਨੂੰ ਪਤਾ ਹੈ ਕਿ ਕੀ ਆ ਰਿਹਾ, ਹਿੱਟ ਵੱਜ ਸਕਦਾ, ਕਿੱਧਰੋਂ ਆ ਸਕਦਾ। ਤੇ ਇਹ ਵੀ ਹੋ ਸਕਦਾ ਕਿ ਆਪੋਜੀਸ਼ਨ ਇਕੱਠੀ ਹੋ ਰਹੀ ਆ, ਉਧਰੋਂ ਇਨਫਲੇਸ਼ਨ ਆ ਰਹੀ ਆ, ਤਾਂ ਇਲੈਕਸ਼ਨਸ ਹੀ ਪ੍ਰੀਪੋਨ ਹੋ ਜਾਣ। ਓਕੇ, ਮਤਲਬ ਉਹ ਸੋਚਣ ਕਿ ਵੀ ਬਿਫੋਰ ਇਟ ਬਿਕਮਸ ਟੂ ਬਿਗ ਅ ਪ੍ਰੋਬਲਮ ਫॉर ਅਸ, ਆਪਾਂ ਇਹਨੂੰ ਪ੍ਰੀਪੋਨ ਕਰ ਦਈਏ। ਕਿਉਂਕਿ ਵਨ ਨੇਸ਼ਨ ਔਰ ਵਨ ਇਲੈਕਸ਼ਨ ਵਾਲਾ ਵੀ ਆ ਰਿਹਾ, ਜੇ ਬਿੱਲ ਪਾਸ ਹੋ ਗਿਆ ਤਾਂ ਡਿਸੋਲਵ ਵੀ ਕੀਤਾ ਜਾ ਸਕਦਾ ਔਰ ਜਲਦੀ ਇਲੈਕਸ਼ਨ ਕਰਵਾਉਣ ਦਾ ਵੀ ਇਹਨਾਂ ਦੇ ਵੱਲੋਂ ਦੇਖੋ ਇਲੈਕਸ਼ਨ ਜਲਦੀ ਕਰਾਉਣ ਦਾ ਤਾਂ ਕੀਤਾ ਜਾ ਸਕਦਾ। ਮੇਰਾ ਖਿਆਲ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਹੈਗਾ ਨਾ, ਜਿਹੜਾ ਪੱਤਾ ਚੱਲਣ ਜੇ ਹੁਣ ਜੀ, ਤਾਂ ਉਹ ਕਾਊਂਟਰ ਪ੍ਰੋਡਕਟਿਵ ਵੀ ਹੋ ਸਕਦਾ। ਕਈ ਵਾਰੀ ਕੀ ਹੁੰਦਾ ਹੈ ਤੁਹਾਡੇ ਡਿਸੀਜਨਸ ਉਲਟ ਜਾਣ ਲੱਗ ਜਾਂਦੇ ਹੈਗੇ ਆ, ਕਈ ਆਪਾਂ ਕੁਝ ਸੋਚ ਰਹੇ ਹੁੰਨੇ ਆ ਸਟੇਟ, ਬਿਕਾਜ਼ ਜੇ ਫਾਇਦਾ ਕਰੂਗਾ ਤਾਂ ਉਹ ਇਸੀ ਇਲੈਕਸ਼ਨ ਦੇ ਵਿੱਚ ਹੀ ਕਰੂਗਾ। ਅਦਰਵਾਈਜ਼ ਜੇ ਇਹ ਇਲੈਕਸ਼ਨ ਇਹਨਾਂ ਦੇ ਹੱਥੋਂ ਨਿਕਲ ਗਈ ਫਿਰ ਤਾਂ ਕੋਈ ਫਾਇਦਾ ਵੀ ਨਹੀਂ ਹੋਣਾ ਵਨ ਨੇਸ਼ਨ ਵਨ ਇਲੈਕਸ਼ਨ, ਕਾਊਂਟਰ ਪ੍ਰੋਡਕਟਿਵ ਹੋਣਾ ਸ਼ੁਰੂ ਹੋ ਜੂ। ਤੇ ਜੇ ਤੁਸੀਂ ਧਿਆਨ ਨਾਲ ਵੇਖੋ, ਜੇ ਔਰ ਚਰਚਾ ਇਹ ਵੀ ਹੈ ਕਿ ਯੂਨੀਫਾਰਮ ਸਿਵਲ ਕੋਡ ਵੀ ਆ ਰਿਹਾ ਇਸ ਵਾਰ। ਹਾਂਜੀ, ਜੇ ਤੁਸੀਂ ਧਿਆਨ ਨਾਲ ਨਹੀਂ, ਉਹ ਪੱਤੇ ਸਾਰੇ ਚੱਲਣਗੇ ਬਿਕਾਜ਼ ਵੇਖੋ ਪਿਛਲੇ ਇਲੈਕਸ਼ਨਾਂ ਦੇ ਵਿੱਚ 239 ਸੀਟਸ ਸੀਗੀਆਂ ਐਨਡੀਏ ਦੀਆਂ, ਜਿਨ੍ਹਾਂ ਦੇ ਵਿੱਚੋਂ 50% ਤੋਂ ਵੱਧ ਸੀ, ਉਹਦੇ ਚੋਂ 224 ਸੀਟਾਂ ਆਪਣਾ ਬੀਜੇਪੀ ਦੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਉਹ 50% ਤੋਂ ਵੱਧ ਸੀਟਾਂ ਲੈ ਕੇ ਗਏ ਸੀ। ਤਾਂ ਉਹਦਾ ਵੱਡਾ ਕਾਰਨ ਇਹ ਸੀਗਾ ਕਿ ਇੱਕ ਬਹੁਤ ਵੱਡੀ ਪੈਟਰੀਓਟਿਕ ਫੀਲਿੰਗ ਜਾਗੀ ਵੀ ਸੀ ਪੁਲਵਾਮਾ ਤੋਂ ਬਾਅਦ। ਹਰਿਆਣੇ ਦੇ ਵਿੱਚ 9 ਸੀਟਾਂ ਐਸੀਆਂ ਸੀ, 10 ਟੋਟਲ 10 ਸੀਟਾਂ 'ਚ 9 ਸੀਟਾਂ ਐਸੀਆਂ ਸੀ ਜਿਨ੍ਹਾਂ 'ਚ 50% ਤੋਂ ਵੱਧ ਵੋਟਾਂ ਲੈ ਗਏ ਸੀ। ਪਰ ਇਸ ਵਾਰ ਅਯੋਧਿਆ ਵੀ ਤਾਂ ਹੈ, ਫਿਰ ਫੈਬ ਦੇ ਵਿੱਚ ਅਯੋਧਿਆ ਕਰਨਾ, ਕੀ ਲੱਗਦਾ ਇਹ ਇਫੈਕਟ ਪਾਊਗਾ? ਉਹ ਨਾ ਆਲਮੋਸਟ ਕਈ ਇਸ਼ੂਜ਼ ਨਾ ਪਿੱਟ ਜਾਂਦੇ ਆ, ਹਨਾ, ਉਹ ਕਲੀਸ਼ੇਡ ਹੋ ਗਏ ਇਸ਼ੂਜ਼, ਹੁਣ ਕਰੀ ਜਾਣਗੇ ਠੀਕ ਆ, ਉਹ 'ਚ ਕੋਈ ਡਰ ਨਹੀਂ, ਕਿ ਨਵੀਂ ਚੀਜ਼ ਹੈ ਨਹੀਂ ਕਰਨ ਨੂੰ, ਹਨਾ। ਉਧਰੋਂ ਸਿਚੁਏਸ਼ਨ ਟਫ ਹੁੰਦੀ ਜਾ ਰਹੀ ਆ। ਸੋ ਆ ਲਾਜ਼ ਹੀ ਹੈਗੇ ਆ, ਜਿਵੇਂ UCC ਜਾਂ ਵਨ ਨੇਸ਼ਨ ਵਨ ਇਲੈਕਸ਼ਨਸ, ਇਹ 3-4 ਕਾਨੂੰਨ ਆ ਜਿਹੜੇ ਉਹਨਾਂ ਨੂੰ ਪੁਲ ਥਰੂ ਕਰ ਸਕਦੇ ਆ। ਬਟ ਕੀ ਮਹਿੰਗਾਈ ਜਿਹੜੀ ਵਧਣ ਦਾ ਡਰ ਆ ਉਹ ਇਹਨੂੰ ਕਰ ਸਕਦਾ ਕੰਪਨਸੇਟ ਕਿ ਨਹੀਂ? ਸੈਕੰਡਲੀ ਗੱਲ ਆਪਾਂ ਨਾ ਭੁੱਲੀਏ ਕਿ JDU ਤੇ ਸ਼ਿਵ ਸੈਨਾ ਦੋਨੇ ਅਲਾਈਅੰਸ ਤੋਂ ਬਾਹਰ ਆ, ਉਹਨਾਂ ਨੇ ਸੀਟਾਂ ਦਿੱਤੀਆਂ ਸੀ ਉਹਨਾਂ ਨੂੰ 14 ਤੋਂ ਵੱਧ ਸੀ, ਬਿਹਾਰ 'ਚ ਵੀ ਸੀਟਾਂ ਸੀ, ਮਹਾਰਾਸ਼ਟਰ 'ਚ ਵੀ ਸੀਟਾਂ ਸੀ, ਬੈਂਗਲੌਰ ਐਤਕੀ ਵਾਰ ਕਰਨਾਟਕਾ ਵੀ ਡਿਫਰੈਂਟ ਪਲੇ ਆਊਟ ਕਰ ਸਕਦਾ ਬਿਕਾਜ਼ ਉੱਥੇ ਰੀਸੈਂਟਲੀ ਇਲੈਕਸ਼ਨ 'ਚ ਕਾਂਗਰਸ ਦੀ ਸਰਕਾਰ ਬਣੀ ਹੈ। ਸੋ ਜਿਹੜਾ ਉਹ ਕਾਓ ਬੈਲਟ ਕਹਿ ਲਓ ਜਾਂ ਹਿੰਦੂਤਵਾਦੀ ਬੈਲਟ ਆ ਨਾ, ਉਹ ਸੁੰਗੜ ਰਹੀ ਆ, ਉਹ ਉਨੀ ਨਹੀਂ ਰਹੀ। ਔਰ ਡਰ ਵੀ ਇਹਨਾਂ ਨੂੰ ਇਸੇ ਚੀਜ਼ ਦਾ, ਜਿਹੜੀਆਂ ਪਿਛਲੀਆਂ ਇਲੈਕਸ਼ਨ ਹੋਈਆਂ ਉਸ ਦੇ ਵਿੱਚ ਪਰਫਾਰਮੈਂਸ ਜੋ ਬੀਜੇਪੀ ਦੀ ਰਹੀ ਹੈ, ਤਾਂ ਉਸ ਤੋਂ ਡਰੇ ਵੀ ਤਾਂ ਬਹੁਤ ਡਰੇ ਹੋਏ ਆ ਇਸ ਟਾਈਮ। ਤੇ ਤੁਸੀਂ ਇਹ ਵੇਖੋ ਕਿ ਜੇ ਉਹਨਾਂ ਦਾ ਉਹ ਪਲੈਂਕ ਹੁੰਦਾ ਪੈਟਰੀਓਟਿਕ ਪਲੈਂਕ, ਤਾਂ ਉਹ ਇਨਫਲੇਸ਼ਨ ਵਾਲੇ ਪਲੈਂਕ ਤੇ ਹਲੇ ਸਟੈਪ ਨਹੀਂ ਲੈਂਦੇ ਸੀਗੇ। ਸੋ ਵੈਰੀ ਫੈਕਟ ਕਿ ਉਹਨਾਂ ਸਿਲੰਡਰ ਦੀ ਕੀਮਤ ਘਟਾ ਰਹੇ ਆ, ਖਾਣੇ ਨੂੰ ਬਚਾ ਰਹੇ ਆ, ਤਾਂ ਉਹਨਾਂ ਨੂੰ ਪਤਾ ਹੈ ਕਿ ਪਰ ਉਹੀ ਗੱਲ ਹੈ ਕਿ ਇਹ ਇੰਡੀਆ ਅਲਾਇੰਸ ਲੋਕਾਂ ਨੂੰ ਇਹ ਗੱਲਾਂ ਜਚਾ ਪਾਊਗਾ, ਕਿਉਂਕਿ ਇਸ਼ੂਜ਼ ਇਨਫਲੇਸ਼ਨ ਦਾ ਹੈ, ਮਹਿੰਗਾਈ ਦਾ ਹੈ, ਮਨੀਪੁਰ ਦੀ ਘਟਨਾ ਦਾ ਜ਼ਿਕਰ ਕਰ ਰਹੇ ਨੇ, ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਨੇ, ਤਾਂ ਇਹ ਚੀਜ਼ਾਂ ਕੀ ਲੱਗਦਾ ਕਿ ਇਹ ਸਾਰੇ ਇਕੱਠੇ ਹੋ ਕੇ ਇਹ ਚੀਜ਼ਾਂ ਲੋਕਾਂ ਤੱਕ ਇਹ ਜਚਾ ਪਾਉਣਗੇ ਔਰ ਬੀਜੇਪੀ ਦੀ ਸਰਕਾਰ ਨੂੰ ਹਿਲਾਉਣ ਦੇ ਵਿੱਚ ਇਹ ਕਾਮਯਾਬ ਹੋਣਗੇ? ਇਹਨਾਂ ਕੋਲ ਇਸ਼ੂਜ਼ ਉਹ ਹੈਲਦੀ ਇਸ਼ੂਜ਼ ਹੈ, ਉਹ ਵੱਡੇ ਇਸ਼ੂਜ਼ ਹੈ ਇਹਨਾਂ ਕੋਲ? ਜਿੱਥੋਂ ਤੱਕ ਤਾਂ ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਦੋਂ ਇੱਕ ਇੰਡੀਆ ਦੀ ਇਮੇਜ ਜੋ PM ਮੋਦੀ ਦੇ ਇਸ ਵੇਲੇ ਪੇਸ਼ ਕੀਤੀ ਹੋਈ ਹੈ, ਆਪਣੀ ਕੀਤੀ ਹੋਈ ਹੈ, ਉਸ ਦਾ ਵੀ ਤਾਂ ਇੱਕ ਲੋਕਾਂ ਦੇ ਉੱਤੇ ਅਸਰ ਪੈਂਦਾ ਹੈ। ਡੈਫੀਨਿਟਲੀ ਜਿਹੜੀ ਹੁਣ PU ਸਟੱਡੀਜ਼ ਆਈਆਂ, ਉਹਨੇ ਇੰਡੀਆ ਨੂੰ ਬਹੁਤ ਅੱਛੀ ਰੇਟਿੰਗ ਦਿੱਤੀ ਹੈ ਕਿ ਸਾਡਾ ਬਹੁਤ ਲੈਵਲ ਉੱਚਾ ਹੈ, ਬਟ ਲੋਕਲ ਇਸ਼ੂਜ਼ ਬਹੁਤ ਅਸਰ ਕਰਨਗੇ। ਹਰਿਆਣਾ ਜਿਵੇਂ ਪਹਿਲਾਂ ਜੇ 9 ਸੀਟਾਂ ਮਿਲੀਆਂ, ਉਹ ਵੀ 50% ਤੋਂ ਵੱਧ, ਉਹ ਐਤਕੀ ਵਾਰ ਉਵੇਂ ਨਹੀਂ ਪਰਫਾਰਮ ਕਰੂਗਾ। ਤੇ ਨੂੰਹ ਦੇ ਇਨਸੀਡੈਂਟਸ ਤੋਂ ਆਪਾਂ ਨੂੰ ਪਤਾ ਹੀ ਲੱਗ ਗਿਆ ਕਿ ਇਹ ਪੋਲਰਾਈਜ਼ ਨਹੀਂ ਕਰ ਸਕੇ ਹਰਿਆਣਾ ਕਿਸਾਨ ਸੰਘਰਸ਼ ਤੋਂ ਬਾਅਦ ਬਿਲਕੁਲ ਡਿਫਰੈਂਟਲੀ ਜੱਟਾਂ ਨੇ ਹੱਥ ਖੜੇ ਕਰ ਦਿੱਤੇ ਵਿੱਚ ਰੋਲ, ਹਾਂ, ਮਤਲਬ ਡਿਫਰੈਂਟਲੀ ਪਲੇ ਆਊਟ ਕਰੂਗਾ। ਬਟ
ਜਿਹੜੀ ਇੰਡੀਆ ਦੀ ਟੀਮ ਆ ਨਵੀਂ ਬਣੀ, ਉਹ ਇਹ ਇਸ਼ੂਜ਼ ਨੂੰ ਤਾਂ ਜਗਾ ਦੂਗੀ, ਇਸ 'ਚ ਮੈਨੂੰ ਨਹੀਂ ਲੱਗਦਾ ਕਿ ਉਹ ਨਾ ਖੜੇ ਕਰ ਪਾਉਣਗੇ, ਪਰ ਉਹ ਟਰਸਟਵਰਦੀਨੈਸ ਜਾਂ ਕ੍ਰੈਡੀਬਿਲਿਟੀ ਕ੍ਰੀਏਟ ਕਰ ਸਕੂ ਵੀ ਅਸੀਂ ਇਕੱਠੇ ਰਹਿ ਕੇ ਇਹਨਾਂ ਨੂੰ ਇਸ਼ੂਜ਼ ਨੂੰ ਸੋਲਵ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਕਿਉਂਕਿ ਜਨਰਲ ਜਿਹੜਾ ਵੇਖੋ ਕਿਤੇ ਨਾ ਕਿਤੇ ਮਾਰਕੀਟਸ ਜਿਹੜੀਆਂ ਹੁੰਦੀਆਂ, ਸ਼ੇਅਰ ਮਾਰਕੀਟਸ, ਉਹ ਟ੍ਰੈਂਡ ਨਾਪਦੀਆਂ ਹੈ ਨਾ, ਉਹ ਫੈਕਟਰ ਇਨ ਕਰਦੀਆਂ। ਤਾਂ ਉੱਥੇ ਵਿੱਚ ਜਨਰਲੀ ਆ ਰਿਹਾ ਕਿ ਜੇ ਮੋਦੀ ਨੂੰ ਕੋਲੀਸ਼ਨ ਨਾਲ ਸਰਕਾਰ ਬਣਾਉਣੀ ਪਈ ਤਾਂ ਵੀ ਮਾਰਕੀਟਸ ਡੈਂਪਨ ਹੋ ਜਾਣਗੀਆਂ, ਤੇ ਜੇ ਦੂਜੇ ਪਾਸੇ ਇੰਡੀਆ ਦੀ ਸਰਕਾਰ ਆ ਜਾਂਦੀ ਤੇ ਵੀਕ ਕੋਲੀਸ਼ਨ ਆਉਂਦੀ ਆ ਤਾਂ ਸ਼ਾਇਦ 10% ਡ੍ਰੌਪ ਵੀ ਆਵੇ। ਸੋ ਇਹ ਆ ਕਿ ਇਹਦਾ ਮਤਲਬ ਲੋਕਾਂ ਨੂੰ ਟਰਸਟ ਨਹੀਂਗਾ ਕਿ ਉਹ ਜੇ ਜਿੱਤ ਜਾਂਦੇ ਆ ਤਾਂ ਕੋਲੀਸ਼ਨ ਬਣਾ ਕੇ ਸਰਕਾਰ ਬਣਾਉਣਗੇ, ਫਿਰ ਸਰਕਾਰ ਬਣਾ ਕੇ ਉਹਨੂੰ ਚਲਾ ਲੈਣਗੇ, ਪਰ ਸਰਵਾਈਵ ਕਰ ਪਾਉਣਗੇ। ਪਰ ਮੇਰਾ ਤਾਂ ਸਵਾਲ ਹੀ ਉਹੀ ਸੀਗਾ ਨਾ ਕਿ ਇਹ ਸਰਵਾਈਵ ਤੱਕ ਪਹੁੰਚ ਵੀ ਪਾਉਣਗੇ ਕਿ ਨਹੀਂ ਪਹੁੰਚ ਪਾਉਣਗੇ, ਕਿਉਂਕਿ ਚੈਲੰਜਸ ਤਾਂ ਅਜੇ ਵੀ ਬਹੁਤ ਸਾਰੇ ਹੋਣਗੇ। ਕਿਉਂਕਿ ਔਰ ਬੀਜੇਪੀ ਦੀ ਜਿਸ ਤਰੀਕੇ ਦੇ ਨਾਲ ਹਮੇਸ਼ਾ ਆਪਾਂ ਮੈਥਮੈਟਿਕਸ ਦੀ ਗੇਮ ਦੇਖਦੇ ਹਾਂ, ਉਹ ਤਾਂ ਜੋੜ ਤੋੜ ਤਾਂ ਪਹਿਲਾਂ ਹੀ ਬਹੁਤ ਕੁਝ ਕਰ ਲੈਂਦੇ ਨੇ, ਤਾਂ ਕੀ ਉੱਥੇ ਤੱਕ ਪਹੁੰਚਣ ਵੀ ਦੇਣਗੇ ਕਿ ਨਹੀਂ ਪਹੁੰਚਣ ਦੇਣਗੇ ਇਹਨਾਂ ਨੂੰ? ਇਹ ਪਹੁੰਚਣਗੇ ਤਾਂ ਡਰ ਦੇ ਮਾਰੇ ਹੀ ਪਹੁੰਚਣਗੇ। ਕੁਛ ਇਹਨਾਂ ਤੇ ਜਿਵੇਂ ਮੈਂ ਕਿਹਾ ਵੀ ਕੌਮਾਂਤਰੀ ਪ੍ਰੈਸ਼ਰਸ ਵੀ ਹੋਣਗੇ, ਕੁਛ ਇਹਨਾਂ ਦੇ ਇੰਟਰਨਲ ਪ੍ਰੈਸ਼ਰਸ ਵੀ ਹੈਗੇ ਆ, ਤੇ ਕੁਛ ਇਹਨਾਂ ਦੀ ਆਪਦੀ ਨਿੱਜੀ ਮੁਫਾਦ ਵੀ ਹੈ ਕਿ ਅਸੀਂ ਕਿਹੜਾ ਬਚੀਏ, ਇਸ ਦੈਂਤ ਤੋਂ ਬਚੀਏ, ਹੈ ਨਾ, ਕਿਉਂਕਿ ਇਹਨਾਂ ਤੋਂ ਦੁਬਾਰਾ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਤੇ ਉਹ ਹਰਟ ਵੀ ਰੈਗੂਲਰਲੀ ਕਰ ਲਿਆ। ਫॉर ਐਗਜ਼ਾਮਪਲ ਆਮ ਆਦਮੀ ਪਾਰਟੀ ਜੇ ਪ੍ਰੈਂਕ ਵੀ ਪਲੇ ਕਰਨਾ ਚਾਹੇ ਤਾਂ ਸਾਹਮਣੇ ਸੋਧੀਆ ਅੰਦਰ ਬੈਠਾ, ਬਿਲਕੁਲ, ਮਤਲਬ ਉਹਨਾਂ ਨੂੰ ਤਾਂ ਉਹ ਤਾਂ ਮਤਲਬ ਜਲਦੀ ਤੋਂ ਜਲਦੀ ਜਾਨ ਛਡਾਉਣੀ ਚਾਹਣਗੇ। ਸੋ ਇੱਥੇ ਪੰਜਾਬ ਦੇ ਵਿੱਚ ਨਿੱਤ ਗਵਰਨਰ ਧਮਕੀ ਦਿੰਦਾ, ਰਾਸ਼ਟਰਪਤੀ ਰਾਜ ਲਾਗੂ ਕਰਦਾ, ਸੋ ਦੇ ਵਿਲ ਟਰਾਈ ਟੂ ਗੈਟ ਰਿਡ ਆਫ ਹਿਮ ਜੇ ਕਿਤੇ ਮਾਈਨਰ ਜੀਆਂ ਡਿਫਰੈਂਸਿਸ ਹੋਣਗੀਆਂ। ਸੈਕੰਡਲੀ ਜਿਸ ਤਰੀਕੇ ਦਾ ਤਿਆਗ ਸ਼ੋਅ ਕਰ ਰਿਹਾ ਰਾਹੁਲ ਜੀ, ਕਿ ਤਿਆਗ ਬਹੁਤ ਵੱਡੀ ਗੱਲ ਹੁੰਦੀ ਹੈ ਇਕੱਠ ਰੱਖਣ ਦੇ ਵਿੱਚ, ਉਹ ਸ਼ੋਅ ਕਰ ਰਿਹਾ ਉਹ ਸ਼ਾਇਦ। ਅੱਛਾ, ਫਿਰ ਕਈ ਸੂਝਵਾਨ ਪੋਲਿਟਿਕਸ ਚੀਜ਼ਾਂ ਵੀ ਉਹਨਾਂ ਕੋਲੇ, ਨਿਤੀਸ਼ ਵਰਗੇ, ਜਿਹੜੇ ਕਿ ਇਕੱਠਾ ਚਲਾ ਸਕਦੇ ਹਨ। ਤਾਂ ਤੁਹਾਨੂੰ ਕੀ ਲੱਗਦਾ ਚਿਹਰਾ ਕਿਹਨੂੰ ਅੱਗੇ ਰਿਪਰੈਜ਼ੈਂਟ ਕਰਨਗੇ? ਚਿਹਰਾ ਬਹੁਤ ਵੱਡਾ ਕੁਐਸਚਨ ਆ, ਬਟ ਮੈਨੂੰ ਲੱਗਦਾ ਕਿ ਇਹ ਚਿਹਰੇ ਵਾਲੇ ਪਾਸੇ ਹਲੇ ਨਹੀਂ ਜਾਣਗੇ, ਬਿਕੋਜ਼ ਚਿਹਰਾ ਤਾਂ ਵਿਦਆਊਟ ਫੇਸ ਵੀ ਇਲੈਕਸ਼ਨ ਲੜ ਸਕਦੇ ਆ। ਤੇ ਵੈਸੇ ਇਹ ਚਿਹਰੇ ਵਾਲੀ ਜਿਹੜੀ ਪੋਲਿਟਿਕਸ ਹੈਗੀ ਆ ਨਾ, ਇਹਦੇ ਤੇ ਆਪਾਂ ਵੀ ਬਹੁਤ ਫੀਲ ਕਰਨ ਲੱਗੇ ਵੀ ਚਿਹਰਾ ਹੋਣਾ ਚਾਹੀਦਾ। ਚਿਹਰਾ ਬੇਸਿਕਲੀ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨਸ 'ਚ ਹੀ ਹੁੰਦਾ, ਜਿਹੜੀ ਆਪਣੀ ਜਿਹੜਾ ਭਾਰਤ ਦਾ ਸੰਵਿਧਾਨ ਆ ਜਾਂ ਜਿਹੜਾ ਸਿਸਟਮ ਆ, ਇਹ ਵੈਸਟਮਿੰਸਟਰ ਟਾਈਪ ਹੈਗਾ, ਇਹਦੇ ਵਿੱਚ ਜ਼ਰੂਰੀ ਨਹੀਂ ਚਿਹਰਾ ਹੋਵੇ, ਠੀਕ ਹੈ ਜੀ। ਤਾਂ ਇਹ ਹੋ ਸਕਦਾ ਹੈ ਇੱਕ ਨਵਾਂ ਟ੍ਰੈਂਡ ਚਲਾਉਣ ਦੀ ਕੋਸ਼ਿਸ਼ ਕਰਨ ਕਿ ਚਿਹਰਾ ਨਾ ਹੋਵੇ। ਰਾਦਰ ਇਹ ਚੰਗੀ ਗੱਲ ਆ ਜੇ ਇੱਕ ਐਸਾ ਆਵੇ, ਕਿਉਂਕਿ ਚਿਹਰੇ ਦਾ ਮਤਲਬ ਹੁੰਦਾ ਹੈ ਫਿਰ ਉਹ ਬਹੁਤ ਪੈਸ਼ਨਸ ਜਗਾਉਂਦਾ ਹੈ, ਬਹੁਤ ਉਠਾਉਂਦਾ ਹੈ ਲੋਕਾਂ ਨੂੰ, ਹੈ ਨਾ, ਉਹਦੇ ਤੋਂ ਐਕਸਪੈਕਟੇਸ਼ਨਸ ਹੋ ਜਾਂਦੀਆਂ ਬਹੁਤ ਜ਼ਿਆਦਾ। ਚਿਹਰੇ ਦੀ ਬਜਾਏ ਜੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਡਾਊਟ ਰਹੂਗਾ ਕਿ ਸਾਡਾ ਪੀਐਮ ਕੌਣ ਹੋਊਗਾ, ਤਾਂ ਲੱਗਦਾ ਫਿਰ ਲੋਕ ਇਨਕਲਾਈਨਡ ਹੋਣਗੇ ਉਸ ਅਲਾਈਅੰਸ ਦੇ ਟੂਵਰਡਸ। ਇਹ ਦੇਖੋ ਪੀਐਮ ਦੇ ਚਿਹਰੇ ਤੋਂ ਬਗੈਰ ਵੀ ਇਲੈਕਸ਼ਨਸ ਲੜੀਆਂ ਗਈਆਂ, ਤੇ ਉਦੋਂ ਬਹੁਤ ਐਸੇ ਪੀਐਮ ਬਣੇ ਆ ਜਿਹੜੇ ਬਿਲਕੁਲ ਚਿਹਰੇ ਦੇ ਤੌਰ ਤੇ ਬਿਲਕੁਲ ਹੀ ਕੁਝ ਨਹੀਂ ਸੀ, ਤਾਂ ਉਹਨਾਂ ਨੇ ਬੜੇ ਵੱਡੇ ਵੱਡੇ ਕੰਮ ਕੀਤੇ ਆ। ਨਰਸਿਮਹਾ ਰਾਓ ਇੱਕ ਐਗਜ਼ਾਮਪਲ ਆ, ਦਵੇ ਗੌੜੇ ਦੂਜਾ ਐਗਜ਼ਾਮਪਲ। ਦਵੇ ਗੌੜੇ ਨੇ ਚਲੋ ਆਪਾਂ ਬਹੁਤ ਵੱਡੇ ਕੰਮ ਨਹੀਂ ਕੀਤੇ, ਪਰ ਨਰਸਿਮਹਾ ਰਾਓ ਨੇ ਤਾਂ ਪਲੈਨਡ ਇਕੋਨਮੀ ਤੋਂ ਦੂਜੀ ਇਕੋਨਮੀ 'ਚ ਲਿਆ, ਤੇ ਇਹ ਗੱਲ ਹੈਗੀ ਆ। ਤੇ ਅੱਛਾ, ਜਿਹੜੇ ਫਿਰ ਈਵਨ ਜਦੋਂ ਮਨਮੋਹਨ ਸਿੰਘ ਬਣੇ ਆ, ਤੇ ਉਦੋਂ ਵੀ ਚਿਹਰੇ ਦੇ ਇਲੈਕਸ਼ਨ ਪਹਿਲੀ ਵਾਰ ਚਿਹਰੇ ਤੇ ਨਹੀਂ ਲੜੇ ਗਏ, ਸੈਕਿੰਡ ਵਾਰ ਸਰਦਾਰ ਮਨਮੋਹਨ ਸਿੰਘ ਦਾ ਚਿਹਰਾ ਇੱਕ ਅਵੇਲੇਬਲ ਸੀਗਾ। ਬਟ ਸੋ ਚਿਹਰਾ ਹੋਵੇ ਜਾਂ ਨਾ ਹੋਵੇ, ਇਹ ਬਹੁਤ ਡਿਫਰੈਂਟ ਗੱਲ ਹੈ। ਈਵਨ ਬੀਜੇਪੀ ਵੀ 2014 ਦੇ ਵਿੱਚ ਇੰਟਰਸਟਿਡ ਨਹੀਂ ਸੀਗੀ ਕਿ ਅਸੀਂ ਮੋਦੀ ਨੂੰ ਚਿਹਰਾ ਬਣਾਈਏ, ਚਿਹਰਾ ਟਾਈਪ ਪੋਲਿਟਿਕਸ ਨਹੀਂ ਕਰਨਾ ਚਾਹੁੰਦੇ ਸੀ ਉਹ, ਕਿਉਂਕਿ ਇੱਕ ਗੱਲ ਆ ਕਿ ਜਿੱਥੇ ਚਿਹਰੇ ਦੀ ਪੋਲਿਟਿਕਸ ਬਹੁਤ ਐਡਵਾਂਟੇਜ ਦਿੰਦੀ ਹੁੰਦੀ ਹੈ, ਉੱਥੇ ਚਿਹਰੇ ਦੀ ਪੋਲਿਟਿਕਸ ਇਕੁਅਲੀ ਡਿਸਐਡਵਾਂਟੇਜ ਦੇ ਰਹੀ ਹੁੰਦੀ ਹੈ ਕਿ ਉਹ ਚਿਹਰੇ ਨੂੰ ਹੀ ਇੱਕ ਵਾਰੀ ਕਾਲਾ ਕਰਨਾ ਜਾਂ ਉਹਨੂੰ ਖਰਾਬ ਕਰਨਾ ਹੁੰਦਾ। ਤੇ ਕਿਉਂਕਿ ਇਸ ਟਾਈਮ ਜੋ ਮੋਦੀ ਉਹਨਾਂ ਦੀ ਇਮੇਜ ਬਣੀ ਹੋਈ ਹੈ ਆਰਐਸਐਸ ਦੇ ਵਿੱਚ, ਤਾਂ ਜੋ ਇਸ ਵੇਲੇ ਉਹਨਾਂ ਦੀ ਪੋਜੀਸ਼ਨ ਹੈਗੀ ਆ, ਉਹ ਤਾਂ ਸਭ ਨੂੰ ਭਾਵੇਂ ਬਾਹਰਲੇ ਖਾਤੇ ਨਹੀਂ ਪਤਾ, ਪਰ ਅੰਦਰ ਤਾਂ ਚੀਜ਼ਾਂ ਚੱਲ ਹੀ ਰਹੀਆਂ ਨਾ ਉਹਨਾਂ ਦੇ। ਉਹ ਤਾਂ ਚਾਹੁੰਦੇ ਨਹੀਂ ਹੈ ਚਾਹੁੰਦੇ ਕਿ ਮੋਦੀ ਉਹਨਾਂ ਨੂੰ ਹੀ ਦੁਆਰਾ ਰਿਪਰੈਜ਼ੈਂਟ ਕੀਤਾ ਜਾਵੇ। ਉਹ ਆਰਐਸਐਸ ਤੋਂ ਇਲਾਵਾ ਅੰਦਰਲੇ ਐਨਮੀਜ਼ ਵੀ ਹੁੰਦੇ ਆ, ਅੰਦਰ ਵਾਲੀਆਂ ਫੋਰਸਸ ਵੀ ਹੋਣਗੀਆਂ ਕਿ ਕਿਵੇਂ ਨਾ ਕਿਵੇਂ ਇਹ ਇੱਕ ਵਾਰੀ ਹਟੇ, ਬਿਕੋਜ਼ ਐਸੇ ਵੀ ਤਾਂ ਹੋਣਗੇ ਨਾ ਕਿ ਇਹ ਲਾਈਨ ਇਹਨਾਂ ਦੀ ਜਿਹੜੀ ਇਹਨਾਂ ਵਾਲੀ ਜਿਹੜਾ ਧੜਾ ਉਸੇ ਦੇ ਪ੍ਰਾਈਮ ਮਿਨਿਸਟਰਸ ਨਾ ਆਉਂਦੇ ਰਹਿਣ। ਸੋ ਉਹ ਇਕੁਅਲੀ ਸਟਰੋਂਗ ਬੰਦੇ ਆ, ਆਪਾਂ ਨੂੰ ਪਤਾ ਹੀ ਆ ਜਿਹੜੇ ਬਾਕੀ ਹੈਗੇ ਆ। ਸੋ ਉਹ ਵੀ ਚਾਹੁੰਦੇ ਹੋ ਸਕਦੇ। ਖੈਰ ਬਹੁਤ ਮਾਈਨਰ ਫੋਰਸਸ ਹੁੰਦੀਆਂ, ਇਹ ਪਾਰਟੀ ਨੇ ਆਪਦੇ ਹਿਸਾਬ ਨਾਲ ਪਲੇ ਕਰਨਾ ਹੈਗਾ, ਬਟ ਚਿਹਰੇ ਤੋਂ ਬਗੈਰ ਇਲੈਕਸ਼ਨ ਲੜੇ ਜਾ ਸਕਦੇ ਆ, ਇਸ 'ਚ ਕੋਈ ਡਾਊਟ ਨਹੀਂ। ਪਰ ਹਲੇ ਵੀ ਮੋਦੀ ਨੂੰ ਉਨਾ ਵੀਕ ਨਾ ਸਮਝੋ, ਠੀਕ ਆ। ਮਤਲਬ ਜੇ ਮੈਂ ਅੱਜ ਫੈਕਟਰ ਇਨ ਕਰਨਾ ਹੋਵੇ ਤਾਂ ਮੈਂ ਕਹੂੰਗਾ ਵੀ 303 ਤੋਂ ਸੀਟਾਂ ਘੱਟ ਕੇ 260, ਦੇਖੋ ਜਿਹੜੀਆਂ 224 ਸੀਟਾਂ ਹੈ ਨਾ ਜਿਹੜੀਆਂ ਉਹਨਾਂ ਨੇ ਪਿਛਲੀ ਵਾਰ 50% ਤੋਂ ਵੱਧ ਤੇ ਜਿੱਤੀਆਂ, ਉਹਦੇ ਤੇ ਕਿੰਨੀ ਕੁ ਸਵਿੰਗ ਆਊਗੀ, ਬੜੀ ਕੁਐਸਚਨੇਬਲ ਗੱਲ ਹੈ। ਸਾਰੇ ਅਲਾਈਅੰਸ ਦੀਆਂ ਵੀ ਇਕੱਠੀਆਂ ਪੈ ਜਾਣ ਤਾਂ ਉਹਦੀ 50% ਤੋਂ ਵੱਧ ਉਹਦੇ ਕਿੰਨੀ ਕੁ ਸਵਿੰਗ ਆਊਗੀ, ਹਾਲੇ ਕਹਿਣਾ ਬਹੁਤ ਡਿਫਿਕਲਟ ਆ, ਪਰ ਡੈਫੀਨਿਟਲੀ ਅਸਰ ਪੈ ਰਿਹਾ। ਤੇ ਪਰ ਇਹ ਕਹਿਣਾ ਕਿ ਮੋਦੀ ਨੂੰ ਰਾਈਟ ਆਫ ਕਰ ਦਿਓ
ਇਹ ਆ ਇਹ ਹੈ। ਹਾਂ, ਅੱਜ ਆਪੋਜੀਸ਼ਨ ਇੰਡੀਆ ਇਕੱਠਾ ਹੋਇਆ, ਉਹ ਇੰਡੀਆ ਕਹਿਣਾ ਥੋੜਾ ਜਿਹਾ ਨਾਂ ਉਹਨਾਂ ਨੇ ਰੱਖਤਾ ਤੇ ਉਹ ਇਕੱਠੇ ਹੋਏ ਆ, ਤਾਂ ਉਹ ਡੈਫੀਨੇਟਲੀ ਇੱਕ ਕਦਮ ਆ ਉਸ ਪਾਸੇ, ਪਰ ਹਲੇ ਬਹੁਤ ਦੂਰ ਤੱਕ ਤੁਰਨਾ ਪੈਣਾ। ਬਿਲਕੁਲ। ਔਰ ਅਖੀਰ ਦੇ ਵਿੱਚ ਆਪਾਂ ਗੱਲ ਕਿਉਂਕਿ ਪੰਜਾਬ ਤੋਂ ਹੀ ਸ਼ੁਰੂ ਕੀਤੀ ਸੀ ਔਰ ਪੰਜਾਬ ਦੇ ਉੱਤੇ ਹੀ ਨਿਬੇੜਨੀ ਹੈ, ਤਾਂ ਪੰਜਾਬ ਦੇ ਲੋਕਾਂ ਦੇ ਉੱਤੇ ਵੀ ਡਿਪੈਂਡ ਕਰੂਗਾ ਕਿ ਉਹ ਇਸ ਪੂਰੇ ਅਲਾਈਅੰਸ ਨੂੰ ਕਿਵੇਂ ਲੈਂਦੇ ਨੇ, ਉਹ ਉਹਨਾਂ ਦੀ ਕੀ ਡੈਫੀਨੇਟਲੀ ਲੋਕ ਚੀਟਡ ਵੀ ਫੀਲ ਕਰ ਜਾਂਦੇ ਆ ਕਈ ਵਾਰੀ ਕਿ ਵੀ ਆਹ ਕੀ ਹੋ ਗਿਆ ਸਾਡੇ ਨਾਲ, ਹਨਾ। ਪਰ ਚੀਟਡ ਦੀ ਇੱਕ ਹੀ ਪ੍ਰੋਬਲਮ ਆ ਕਿ ਬਈ ਸਾਹਮਣੇ ਕੁਝ ਹੋਰ ਨਜ਼ਰ ਨਹੀਂ ਆ ਰਿਹਾ, ਉਹ ਲੋਕਾਂ ਦੇ ਤੋਂ ਵੀ ਕੋਈ ਹੋਪ ਨਹੀਂ ਗੀ, ਤੇ ਨਵੀਂ ਕੋਈ ਧਿਰ ਇੰਨੀ ਇਸ ਟਾਈਮ ਪਾਏਦਾਰ ਖੜੇ ਹੋਣ ਦੇ ਚਾਂਸ ਵੀ ਨਹੀਂ ਨਜ਼ਰ ਆ ਰਹੇ। ਸਮਾਂ ਘੱਟ ਹੈ ਕਿਉਂਕਿ ਹਾਂ, ਕੱਲ ਕੋਈ ਐਂ ਹੋ ਜੇ ਵੀ ਖਹਿਰਾ ਸਾਹਿਬ ਰੈਬਲ ਕਰਕੇ ਕੋਈ ਫਟਾਫਟ ਦੁਬਾਰਾ ਕਲੱਬ ਅਪ ਕਰ ਦੇਣ ਜਾਂ ਕੁਛ ਨਵਜੋਤ ਸਿੱਧੂ ਅੱਡ ਕਰ ਦੇਣ ਕੁਛ, ਹਨਾ। ਉਹ ਤਾਂ ਇੱਕ ਐਕਸੈਪਸ਼ਨਲ ਜੀਆਂ ਕੋਈ ਗੱਲਾਂ ਹੋਣੀਆਂ, ਉਹਨੂੰ ਅਸੈਪਟ ਵੀ ਕਰਨ ਲੋਕ, ਨਾ ਕਰਨ, ਹਨਾ। ਉਹ ਤਾਂ ਬਹੁਤ ਡਿਫਰੈਂਟ ਗੱਲ ਆ, ਬਟ ਐਜ਼ ਆਫ ਟੂਡੇ ਨਜ਼ਰ ਆ ਰਿਹਾ ਕਿ ਵੀ ਜੇ ਇਹ ਅਲਾਈਅੰਸ ਵਰਕਆਊਟ ਹੁੰਦਾ ਤਾਂ ਵਿਰੋਧੀ ਸੱਤਾ ਧਿਰ ਨੂੰ ਇਕੱਠਾ ਹੋਣਾ ਪੈਣਾ, ਇਕੱਠਾ ਹੋ ਗਏ। ਪਰ ਹਾਂ, ਫਿਊਚਰ ਇਲੈਕਸ਼ਨਸ ਤੇ ਕਾਂਗਰਸ ਤੇ ਕੀ ਅਸਰ ਪੈਂਦਾ, ਕੀ ਨਹੀਂ ਪੈਂਦਾ, ਉਹ ਉਹਨਾਂ ਨੂੰ ਬਹੁਤ ਔਖੀ ਹੋ ਜੇ ਜਵਾਬਦੇਹੀ ਦੇਣੀ। ਇਹ ਵੀ ਗੱਲ ਹੈ ਨਾ ਕਿ ਅਗਲੀਆਂ ਇਲੈਕਸ਼ਨਾਂ ਫਿਰ ਕਿਵੇਂ ਹਾਂ, ਅੱਗੇ ਇਲੈਕਸ਼ਨਾਂ ਸਪੈਸ਼ਲੀ ਜੇ ਸਰਕਾਰ ਹੀ ਇਕੱਠੀ ਬਣ ਗਈ, ਫਿਰ ਰੁਸਣਾ ਬਹੁਤ ਔਖਾ ਹੋ ਜੂ ਤੇ ਉਹ ਫਿਰ ਬਹੁਤ ਡਿਫਿਕਲਟ ਹੋ ਜਾਊਗਾ। ਪਰ ਐਤਕੀ ਵਾਰ ਡੈਫੀਨੇਟਲੀ ਅੱਜ ਦੀ ਘੜੀ 'ਚ ਆਪਾਂ ਇਹ ਕਹਿ ਸਕਦੇ ਕਿ ਬਹੁਤ ਰਿਮਾਰਕੇਬਲ ਆ ਉਹਨਾਂ ਵਾਸਤੇ, ਤੇ ਚਾਂਸਸ ਉਹਨਾਂ ਦੇ ਬਹੁਤ ਜ਼ਿਆਦਾ ਹੈ। ਧੰਨਵਾਦ ਜੀ ਗੱਲਬਾਤ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।